ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਾਹਿਬ ਜੀ ਦੇ ਚਰਨਾਂ ਵਿੱਚ ਸੰਧਿਆ ਦੇ ਦੀਵਾਨ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਜਲੰਧਰ ਵਿਖੇ ਹਾਜ਼ਰੀਆਂ ਭਰਨ ਦਾ ਸਮਾਂ ਵੱਡਿਆਂ ਭਾਗਾਂ ਦਾ ਸਦਕਾ ਨਸੀਬ ਹੋ ਰਿਹਾ ਹੈ। ਵਡਭਾਗੀ ਰੂਹਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਣ ਕੀਤੇ ਹਨ। ਸਤਿਗੁਰੂ ਜੀ ਦੇ ਪਵਿੱਤਰ ਅਸਥਾਨ 'ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੋ ਲੜੀਵਾਰ ਇਤਿਹਾਸਕ ਕਥਾ ਚੱਲ ਰਹੀ ਹੈ, ਆਪਾਂ ਰਲ ਮਿਲ ਕੇ ਨਿੱਤਾ ਪ੍ਰਤੀ ਲਾਹਾ ਲੈਂਦੇ ਹਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜ ਕੇ ਗੁਰਮੁਖ ਸੰਗਤਾਂ ਨੂੰ ਤਾਰ ਰਹੇ ਹਨ। ਕੁਝ ਗੁਰਸਿੱਖਾਂ ਨੇ ਵਿਦਵਾਨਾਂ ਨੇ ਆ ਕੇ ਸਤਿਗੁਰੂ ਜੀ ਪਾਸੋਂ ਆਤਮਾ ਪਰਮਾਤਮਾ ਦੀ ਬਾਬਤ ਪ੍ਰਸ਼ਨ ਕੀਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਆਰੇ ਭਾਈ ਦਇਆ ਸਿੰਘ ਜੀ ਦੀ ਡਿਊਟੀ ਲਾ ਦਿੱਤੀ ਕਿ ਭਾਈ ਦਇਆ ਸਿੰਘ ਜੀ ਸੰਗਤਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣਗੇ। ਭਾਈ ਦਇਆ ਸਿੰਘ ਜੀ ਜਿਵੇਂ ਇੱਕ ਇੱਕ ਕਰਕੇ ਗੁਰੂ ਕੀਆਂ ਸੰਗਤਾਂ ਦੇ ਖਾਲਸੇ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਹਨ, ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਇਹਨਾਂ ਇਤਿਹਾਸਕ ਪ੍ਰਸੰਗਾਂ ਨੂੰ ਸਰਵਣ ਕਰਦੇ ਆ ਰਹੇ ਹਾਂ। ਜੋ ਗੁਰਮਤਿ ਦਾ ਨਿਰਣਾ, ਗੁਰੂ ਕੀ ਕੌਣ ਹੈ, ਸਿੱਖ ਕੌਣ ਹੈ ਔਰ ਗੁਰੂ ਸਿੱਖ ਨੂੰ ਕੀ ਉਪਦੇਸ਼ ਦਿੰਦਾ ਹੈ, ਉਸ ਉਪਦੇਸ਼ ਲੈਣ ਦਾ ਅਧਿਕਾਰੀ ਕੌਣ ਹੈ, ਗੁਰੂ ਸਿੱਖ ਨੂੰ ਬ੍ਰਹਮ ਗਿਆਨੀ ਕਿਵੇਂ ਬਣਾਉਂਦਾ ਹੈ। ਸੋ ਇਹ ਵਿਚਾਰਾਂ ਆਪਾਂ ਪਰਸੋਂ ਵੀ ਸਰਵਣ ਕੀਤੀਆਂ। ਬੀਤੇ ਕੱਲ੍ਹ ਸਿਰਫ 2 ਤੁਕਾਂ ਦੀ ਆਪਾਂ ਕਥਾ ਇਤਿਹਾਸ ਦੀ ਕੀਤੀ ਸੀ ਅਤੇ ਮੌਜੂਦਾ ਸਮੇਂ ਦਾ ਜੋ ਸਿੱਖ ਇਤਿਹਾਸ ਹੈ ਤਿਸ ਦੇ ਵਿੱਚ ਜੋ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੌਮ ਦੇ ਜੁਝਾਰੂ ਜਰਨੈਲ, ਕੱਲ੍ਹ ਉਹਨਾਂ ਮਹਾਂਪੁਰਖਾਂ ਦਾ ਜਨਮ ਦਿਨ ਸੀ, ਜਿਸ ਕਰਕੇ ਬਹੁਤ ਜ਼ਿਆਦਾ ਸਮਾਂ ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ ਦੇ ਵਿੱਚ ਲੱਗਿਆ ਅਤੇ ਸਤਿਗੁਰੂ ਨੇ ਔਰ ਮਹਾਂਪੁਰਖਾਂ ਨੇ ਆਪ ਕਿਰਪਾ ਕਰਕੇ ਇਹ ਸੇਵਾ ਲਈ। ਮਹਾਂਪੁਰਖਾਂ ਦੇ ਬਚਪਨ, ਪਰਿਵਾਰਕ ਪਿਛੋਕੜ ਅਤੇ ਉਹਨਾਂ ਦੇ ਬਚਪਨ ਦੀਆਂ ਯਾਦਾਂ ਉੱਤੇ ਆਪਾਂ ਕੁਝ ਕੁ ਪੰਛੀ ਝਾਤ ਪਾਈ, ਕਿਉਂਕਿ ਸਾਖੀਆਂ, ਗਾਥਾਵਾਂ, ਵਾਰਤਾਵਾਂ ਬਹੁਤ ਨੇ। ਜੇ ਉਹਨਾਂ ਨੂੰ ਵਰਣਨ ਕਰਨ ਲੱਗੀਏ ਤਾਂ ਸਾਲਾਂ ਬੱਧੀ ਸਮਾਂ ਚਾਹੀਦਾ ਹੈ। ਸੋ ਆਪਾਂ ਨੇ ਕੱਲ੍ਹ ਸਰਵਣ ਕੀਤਾ ਮਹਾਂਪੁਰਖਾਂ ਦਾ ਰੋਡੇ ਨਗਰ ਦੇ ਵਿੱਚ ਜਨਮ ਹੋਇਆ। 7 ਭਰਾਵਾਂ ਦੇ ਵਿੱਚੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਿਸ ਵੇਲੇ ਆ ਕੇ ਇਹ ਮੰਗ ਰੱਖੀ ਸੀ, ਇਹ ਹੁਕਮ ਕੀਤਾ ਸੀ ਮਹਾਂਪੁਰਖਾਂ ਨੇ ਕਿ ਜਥੇਦਾਰ ਜੋਗਿੰਦਰ ਸਿੰਘ ਜੀ ਇਹਨਾਂ 7 ਪੁੱਤਰਾਂ ਦੇ ਵਿੱਚੋਂ ਗੁਰੂ ਘਰ ਦੀ ਸੇਵਾ ਵਿੱਚ ਕਿਹੜਾ ਲਾਉਣਾ ਹੈ, ਟਕਸਾਲ ਦੀ ਸੇਵਾ ਵਿੱਚ ਕਿਸ ਨੂੰ ਭੇਜੋਗੇ। ਤਾਂ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਸੀ, ਮਹਾਂਪੁਰਖੋ ਜਿਹਦੇ ਉੱਤੇ ਤੁਹਾਡੀ ਖੁਸ਼ੀ ਆ, 7 ਖੜ੍ਹੇ ਆ, 7 ਵਿੱਚੋਂ ਜਿਹਨੂੰ ਮਰਜ਼ੀ ਲੈ ਜਾ। ਤਾਂ ਮਹਾਂਪੁਰਖਾਂ ਦੀ ਪਾਰਖੂ ਦ੍ਰਿਸ਼ਟੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਚੋਣ ਕਰ ਲਈ ਸੀ। ਸੋ ਇਸ ਪ੍ਰਕਾਰ ਮਹਾਂਪੁਰਖ ਦਮਦਮੀ ਟਕਸਾਲ ਦੇ ਜੱਥੇ ਦੇ ਵਿੱਚ ਭਰਤੀ ਹੋਏ ਸਨ। ਬਾਕੀ ਦੇ ਜਿਹੜੇ ਹੋਰ 6 ਭਰਾ ਮਹਾਂਪੁਰਖਾਂ ਦੇ ਉਹ ਘਰ ਦੇ ਕੰਮਕਾਰ ਕਰਦਿਆਂ ਹੀ
ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨਾਏ ਦੇ ਮਹਾਵਾਕ ਅਨੁਸਾਰ ਉਹਨਾਂ ਸਾਰਿਆਂ ਨੇ ਉਹਨਾਂ ਨੇ ਵੀ ਭਗਤੀ ਸ਼ਕਤੀ ਦਾ ਪੱਲਾ ਨਹੀਂ ਛੱਡਿਆ। ਮਹਾਂਪੁਰਖਾਂ ਨੇ ਵੀ ਬਹੁਤ ਕਠਿਨ ਸਾਧਨਾ ਸਾਧੀ ਅਤੇ ਸਾਰਾ ਪਰਿਵਾਰ ਵੀ ਜੁੜਿਆ ਰਿਹਾ। ਭਾਈ ਜਗੀਰ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਭਾਈ ਹਰਚਰਨ ਸਿੰਘ ਜੀ, ਭਾਈ ਵੀਰ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਭਾਈ ਹਰਜੀਤ ਸਿੰਘ ਜੀ, ਬਾਕੀ ਦੇ ਇਹ 6 ਭਰਾ ਮਹਾਂਪੁਰਖਾਂ ਦੇ ਇਹ ਘਰ ਦੇ ਵਿੱਚ ਹੀ ਰਹੇ ਅਤੇ ਮਹਾਂਪੁਰਖ ਜਥੇ ਦੇ ਵਿੱਚ ਸ਼ਾਮਲ ਹੋ ਗਏ। ਉਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਔਰ ਜੋ ਮੌਜੂਦਾ ਸਮੇਂ ਆਹ ਦਿਨ ਚੱਲ ਰਹੇ ਹੈ, ਸ਼ਹੀਦੀ ਘੱਲੂਘਾਰਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਇਹਦਾ ਇਤਿਹਾਸ ਜੇ ਆਪਾਂ ਵਿਚਾਰਨ ਲੱਗ ਜਾਈਏ ਤਾਂ ਇਹਦੇ ਵਾਸਤੇ ਬਹੁਤ ਸਮਾਂ ਚਾਹੀਦਾ ਹੈ। ਨਾਲ ਆਪਾਂ ਪੁਰਾਤਨ ਜੋ ਗੁਰ ਇਤਿਹਾਸ ਦੀ ਲੜੀ ਹੈ ਇਹਨੂੰ ਵੀ ਅਗਾਂਹ ਤੋਰਨਾ ਹੈ। ਸੋ ਇਸ ਕਰਕੇ ਆਓ ਬੜੇ ਪ੍ਰੇਮ ਦੇ ਨਾਲ ਸਰਵਣ ਕਰੀਏ। ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਬੜੇ ਪਿਆਰ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧਿਆਨ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸੁਣੀਏ ਅਵਤਾਰਨ ਇਤਿਹਾਸ। ਪਿਆਰੇ ਭਾਈ ਦਇਆ ਸਿੰਘ ਜੀ ਕਹਿ ਰਹੇ ਹਨ ਕਿ ਗੁਰੂ ਕੇ ਸਿੱਖ ਦਾ ਜੀਵਨ ਜਿੱਥੇ ਉਹ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਸੋ ਇਹਨਾਂ ਗੁਣਾਂ ਦਾ ਧਾਰਨੀ ਹੋਵੇ, ਇਸ਼ਨਾਨ ਪਾਨ ਕਰਕੇ ਨਿਤਨੇਮ ਮਰਿਆਦਾ ਸਹਿਤ ਕਰਦਾ ਹੋਵੇ, ਉੱਥੇ ਨਾਲ ਗੁਰੂ ਕੇ ਸਿੱਖ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਉਹ ਗੁਰੂ ਕਾ ਇਤਿਹਾਸ ਸੁਣੇ। ਗੁਰੂ ਕਾ ਇਤਿਹਾਸ ਗੁਰੂ ਕੇ ਸਿੱਖ ਨੂੰ ਸੁਣਨ ਵਾਸਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਤਿਅੰਤ ਜ਼ਰੂਰੀ ਕਰਾਰ ਦਿੱਤਾ ਹੈ, ਕਿਉਂਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦੇ ਹੈ ਅਤੇ ਜਿਸ ਕੌਮ ਨੂੰ ਆਪਣੇ ਪੁਰਖਿਆਂ ਦਾ, ਆਪਣੇ ਵੱਡੇ ਵਡੇਰਿਆਂ ਦਾ, ਆਪਣੇ ਮਹਾਂਪੁਰਖਾਂ ਦਾ, ਆਪਣੇ ਗੁਰੂ ਪੀਰਾਂ ਦਾ ਇਤਿਹਾਸ ਨਹੀਂ ਪਤਾ ਅਤੇ ਉਹਨੂੰ ਕੋਈ ਵੀ ਪਖੰਡੀ ਆ ਕੇ ਜਿਵੇਂ ਮਰਜ਼ੀ ਗੁੰਮਰਾਹ ਕਰ ਲਵੇ, ਜਿਹੜੀਆਂ ਮਰਜ਼ੀ ਸਾਖੀਆਂ ਤੋੜ ਮਰੋੜ ਕੇ ਘੜ ਕੇ ਆਪਣੇ ਕੋਲੋਂ 4 ਗੱਲਾਂ ਤੇ ਉਹਨਾਂ ਨੂੰ ਸੁਣਾ ਕੇ ਅਤੇ ਆਪਣੇ ਪਿੱਛੇ ਲਾ ਲਵੇਗਾ। ਪਰ ਜਦੋਂ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਪੂਰਨ ਜਾਣਕਾਰੀ ਹੋਵੇਗੀ, ਉਸ ਵੇਲੇ ਸਾਨੂੰ ਕੋਈ ਭਟਕਾ ਨਹੀਂ ਸਕੇਗਾ, ਗਲਤ ਸਾਖੀਆਂ ਜੋੜ ਕੇ ਅਤੇ ਸਾਨੂੰ ਕੁਰਾਹੇ ਨਹੀਂ ਪਾ ਸਕੇਗਾ। ਇਸ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ ਕਹਿ ਰਹੇ ਹਨ ਕਿ ਗੁਰੂ ਕੇ ਸਿੱਖ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਗੁਰੂ ਕਾ ਇਤਿਹਾਸ ਸੁਣੇ। ਅਤੇ ਅੱਜ ਕੱਲ੍ਹ ਤਾਂ ਬਹੁਤ ਐਸੀਆਂ ਗੱਲਾਂ ਵੀ ਚੱਲ ਪਈਆਂ ਜੀ, ਸਿਰਫ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਇਤਿਹਾਸਕ ਸਾਖੀਆਂ ਤੋਂ ਕੀ ਲੈਣਾ ਹੈ। ਨਹੀਂ ਗੁਰਮੁਖ ਪਿਆਰਿਓ, ਗੁਰਬਾਣੀ ਪੜ੍ਹਨੀ ਵੀ ਜ਼ਰੂਰੀ ਹੈ ਅਤੇ ਨਾਲ ਇਤਿਹਾਸ ਦੀ ਜਾਣਕਾਰੀ ਹੋਣੀ, ਇਹ ਦੋਵੇਂ ਚੀਜ਼ਾਂ ਜ਼ਰੂਰੀ ਹੈ। ਗੁਰਬਾਣੀ ਆਤਮਾ ਹੈ ਅਤੇ ਇਤਿਹਾਸ ਕੌਮ ਦਾ ਸਰੀਰ ਹੈ। ਸੋ ਨਾ ਤਾਂ ਇਕੱਲੀ ਆਤਮਾ ਨਾਲ ਹੀ ਸਰਦਾ ਅਤੇ ਨਾ ਇਕੱਲੇ ਸਰੀਰ ਨਾਲ ਸਰਦਾ, ਦੋਵੇਂ ਚੀਜ਼ਾਂ ਜ਼ਰੂਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਅਕਾਲੀ ਬਾਣੀ, ਧੁਰਕੀ ਬਾਣੀ ਉਚਾਰਨ ਕੀਤੀ, ਉਹਦਾ ਜਾਪ, ਉਹ ਤੋਂ ਸੇਧ ਲੈ ਕੇ ਗੁਰੂ ਕੇ ਸਿੱਖ ਨੇ ਜੀਵਨ ਬਤੀਤ ਕਰਨਾ, ਇਹ ਵੀ ਬਹੁਤ ਜ਼ਰੂਰੀ ਹੈ। ਅਤੇ ਸਤਿਗੁਰੂ ਜੀ ਨੇ ਸਰਗੁਣ ਸਰੂਪ ਦੇ ਵਿੱਚ 10 ਜਾਮਿਆਂ ਦੇ ਵਿੱਚ ਵਰਤ ਕੇ ਵਿਚਰ ਕੇ ਜੋ ਜੋਤ ਵਰਤਾਈ, ਅਨੇਕਾਂ ਕੌਤਕ ਕੀਤੇ, ਜੇ ਉਹਨਾਂ ਦਾ ਸਾਨੂੰ ਪਤਾ ਨਹੀਂ ਹੋਵੇਗਾ ਅਤੇ ਗੁਰਮੁਖ ਪਿਆਰਿਓ ਫਿਰ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਨਹੀਂ। ਜਿਹੜਾ ਕੋਈ ਆਪਣੇ ਵੱਡਿਆਂ ਵਡੇਰਿਆਂ ਬਾਰੇ, ਗੁਰੂ ਪੀਰਾਂ ਬਾਰੇ ਜਾਣਦਾ ਹੀ ਨਹੀਂ, ਕੋਈ ਵੀ ਕੱਲ੍ਹ ਨੂੰ ਕੋਈ ਦੂਜੇ ਧਰਮ ਦਾ ਆ ਕੇ ਸਵਾਲ ਕਰ ਲੈਂਦਾ ਹੈ। ਅਤੇ ਅੱਜ ਇਹ ਹਾਲਾਤ ਹੋਏ ਹੀ ਪਏ ਆ ਨਾ ਗੁਰਮੁਖ ਪਿਆਰਿਓ। ਆ ਬਹੁਤ ਸਾਰੀਆਂ ਵੀਡੀਓ ਇੰਟਰਨੈਟ ਦੇ ਉੱਤੇ ਪਾਈਆਂ ਹੁੰਦੀਆਂ ਸ਼ਹੀਦੀ ਜੋੜ ਮੇਲਿਆਂ ਦੇ ਮੌਕੇ। ਉਹ ਪੱਤਰਕਾਰ ਜਾ ਕੇ ਜਦੋਂ ਉੱਥੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਨੂੰ, ਨੌਜਵਾਨਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਵਾਲ ਕਰਦੇ ਆ, ਤੁਸੀਂ ਇੱਥੇ ਕੀ ਕਰਨ ਆਏ ਹੋ, ਕਾਹਦੇ ਸੰਬੰਧ ਵਿੱਚ ਇਹ ਸ਼ਹੀਦੀ ਜੋੜ ਮੇਲਾ ਹੈ। ਤਾਂ ਉਹਨਾਂ ਨੂੰ ਉਹਨਾਂ ਦੇ ਉੱਤਰ ਨਹੀਂ ਪਤਾ ਹੁੰਦੇ, ਬਸ ਸਿਰਫ ਮੇਲਾ ਘੁੰਮਣ ਵਾਸਤੇ ਗਏ ਹੁੰਦੇ ਹੈ। ਇਸ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ ਕਹਿ ਰਹੇ ਨੇ ਕਿ ਹਰ ਇੱਕ ਗੁਰੂ ਕੇ ਸਿੱਖ ਨੂੰ ਗੁਰੂ ਕਾ ਇਤਿਹਾਸ ਸੁਣਨਾ ਲਾਜ਼ਮੀ ਹੈ, ਜ਼ਰੂਰੀ ਹੈ। ਭਾਵੇਂ ਥੋੜ੍ਹਾ ਸਮਾਂ ਕੱਢੋ, ਜ਼ਰੂਰ ਇਤਿਹਾਸ ਨੂੰ ਪੜ੍ਹੋ, ਸੁਣੋ, ਇਤਿਹਾਸ ਬਾਰੇ ਜਾਣੋ। ਸੋ ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਕੇ ਸਿੱਖ ਗੁਰੂ ਕਾ ਇਤਿਹਾਸ ਜ਼ਰੂਰ ਸੁਣਨ। ਸਤਿਗੁਰ ਦਸ ਦਿਨ ਕਰੀ ਬਿਲਾਸ।
ਔਰ ਇਤਿਹਾਸ ਦੇ ਵਿੱਚ ਇਹ ਸਾਰੀ ਵਾਕਫੀਅਤ ਲੈ ਲੈਣ, ਸਾਰੀ ਜਾਣਕਾਰੀ ਗੁਰੂ ਕੇ ਸਿੱਖਾਂ ਨੂੰ ਹੋਵੇ ਕਿ 10 ਗੁਰੂ ਸਾਹਿਬਾਨ ਨੇ ਜਿਮ ਕਰੈ ਬਿਲਾਸ, 10 ਸਰੀਰਾਂ ਦੇ ਵਿੱਚ ਵਿਚਰ ਕੇ ਗੁਰੂ ਨਾਨਕ ਦੀ ਜੋਤ ਨੇ ਜਿਵੇਂ ਬਿਲਾਸ ਕੌਤਕ ਕੀਤੇ ਹਨ। ਫਿਰ ਕਹਿੰਦੇ ਜਿੱਥੇ ਬ੍ਰਹਮ ਦਾ ਨਿਰਣਾ ਹੋ ਰਿਹਾ ਹੋਵੇ, ਗੁਰੂ ਕੀ ਬਾਣੀ ਪੜ੍ਹੀ ਜਾ ਰਹੀ ਹੋਵੇ, ਸੋ ਨਿਰਣਾਇਕ ਰੂਪ ਦੇ ਵਿੱਚ ਜਿੱਥੇ ਨਿਰੋਲ ਗੁਰਬਾਣੀ ਦੀ ਆਤਮਾ ਪਰਮਾਤਮਾ ਦੀ ਗੱਲ ਹੋ ਰਹੀ ਹੋਵੇ, ਉੱਥੇ ਵੀ ਗੁਰੂ ਕੇ ਸਿੱਖ ਨੂੰ ਸੂਖਮ ਬੁੱਧੀ ਕਰਕੇ ਉਪਦੇਸ਼ ਸੁਣਨਾ ਚਾਹੀਦਾ ਹੈ। ਸੋ ਇਹਨਾਂ ਤੁਕਾਂ ਦਾ ਭਾਵ, ਪਹਿਲੀਆਂ 2 ਦਾ ਭਾਵ ਹੈ ਇਤਿਹਾਸ ਦੀ ਕਥਾ ਸੁਣਨੀ ਜ਼ਰੂਰੀ ਹੈ, ਅਤੇ ਦੂਜੀਆਂ 2 ਤੁਕਾਂ ਦਾ ਭਾਵ ਹੈ ਕਿ ਗੁਰਬਾਣੀ ਦੀ ਕਥਾ ਵੀ ਸੁਣਨੀ ਜ਼ਰੂਰੀ ਹੈ। ਜੇ ਗੁਰਬਾਣੀ ਦੇ ਅਰਥ ਗੁਰੂ ਕੇ ਸਿੱਖਾਂ ਨੂੰ ਨਹੀਂ ਪਤਾ ਹੋਣਗੇ ਤੇ ਫਿਰ ਵੀ ਕੋਈ ਵੀ ਗਲਤ ਅਰਥ ਕਰਕੇ ਗੁੰਮਰਾਹ ਕਰ ਸਕਦਾ ਹੈ। ਜਿਵੇਂ ਵੱਡੇ ਵੱਡੇ ਡੇਰੇਦਾਰ ਤੇ ਉਹ ਵਿੱਚੋਂ ਆਪਣੀ ਮਨਮਰਜ਼ੀ ਦੀਆਂ ਤੁਕਾਂ ਨੂੰ ਛਾਂਟ ਕੇ ਤੇ ਗੁਰਮੁਖ ਪਿਆਰਿਓ ਉਹ ਐਸਾ ਕਰਦੇ ਨੇ ਕਿ ਗੁਰੂ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਲਈ ਵਿੱਚੋਂ ਨਾ ਸ਼ਬਦ ਚੁਣ ਕੇ ਤੇ ਉਹਨਾਂ ਦੇ ਪ੍ਰਮਾਣ ਦਿੰਦੇ ਹੋਏ ਇਹ ਕਹਿਣਗੇ ਵੀ ਦੇਖੋ ਗੁਰਬਾਣੀ ਦੇ ਵਿੱਚ ਆਹ ਲਿਖਿਆ। ਸਾਨੂੰ ਉਹਨਾਂ ਅਰਥਾਂ ਦਾ ਪਤਾ ਨਹੀਂ ਹੁੰਦਾ, ਜਿਸ ਕਰਕੇ ਅਸੀਂ ਬਹੁਤ ਜਲਦੀ ਗੁੰਮਰਾਹ ਹੋ ਜਾਂਦੇ ਹਾਂ। ਕਈ ਡੇਰੇਦਾਰ ਜਿਵੇਂ ਸਰਸੇ ਵਾਲੇ ਦੇ ਚੇਲੇ, ਉਹ ਇਹੀ ਤੁਕਾਂ ਪੜ੍ਹ ਕੇ ਸੁਣਾਈ ਜਾਣਗੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਕਹਿੰਦੇ ਜਿਹੜੇ ਸੰਤ ਸੱਜਣ ਹੈ ਉਹ ਕਹਿੰਦੇ ਸਰਸੇ ਵਿੱਚ ਪੈਦਾ ਹੋਏ ਆ ਅਤੇ ਉਹਨਾਂ ਨੂੰ ਪੂਰੇ ਗੁਰੂ ਜਾਣੋ। ਆਪਣੇ ਕੋਲ ਇਹ ਅਰਥ ਜਿਹਦਾ ਅਰਥ ਦਾ ਵਾਹ ਵਾਸਤਾ ਵੀ ਨਹੀਂ ਤੁਕਦੇ ਨਾਲ। ਅਤੇ ਸਾਡੇ ਭੋਲੇ ਭਾਲੇ ਮਾਈ ਭਾਈ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਅਰਥ ਨਹੀਂ ਸੁਣੇ ਹੁੰਦੇ, ਇਤਿਹਾਸ ਦੀ ਕਥਾ ਨਹੀਂ ਸੁਣੀ ਹੁੰਦੀ, ਉਹ ਗੁੰਮਰਾਹ ਹੋ ਜਾਂਦੇ ਹੈ। ਪਰ ਅਸਲ ਵਿੱਚ ਗੁਰਮੁਖ ਪਿਆਰੋ ਇਹਨਾਂ ਤੁਕਾਂ ਦੇ ਅਰਥ ਕੀ ਹੈ? ਸਰਸੇ ਨਾਮ ਹੈ ਸਰਸ ਜਾਣਾ, ਖਿੜ ਜਾਣਾ, ਮੌਲ ਜਾਣਾ, ਆਨੰਦਿਤ ਹੋ ਜਾਣਾ, ਸਹਿਤ ਖੁਸ਼ੀ ਦੇ ਹੋ ਜਾਣਾ, ਸਹਿਤ ਰਸ ਦੇ ਹੋ ਜਾਣਾ, ਇਹ ਸਰਸੇ ਸ਼ਬਦ ਦੇ ਅਰਥ ਹੈ। ਅਤੇ ਬਹੁਤ ਵਾਰ ਦੇਖਣ ਦੇ ਵਿੱਚ ਆਇਆ ਗੁਰਦੁਆਰੇ ਗ੍ਰੰਥੀ ਸਿੰਘ ਪਾਠ ਕਰਦੇ ਹੋਣਗੇ ਅਤੇ ਉਹ ਇਹਨਾਂ ਜਿਹੜਾ ਪਾਠ ਨਾ ਅਸਲ ਵਿੱਚ ਸਰਸੇ ਪਾਠ ਹੀ ਕਰਨਾ ਚਾਹੀਦਾ ਵੀ ਲੋਕ ਜਿਹੜੇ ਪਖੰਡੀ ਇਹਨਾਂ ਤੁਕਾਂ ਨੂੰ ਆਪਣੇ ਬਾਬੇ ਨਾਲ ਆਪਣੇ ਗੁਰੂ ਨਾਲ ਨਾ ਜੋੜ ਲੈਣ, ਉਹ ਸਰਸੇ ਨੂੰ ਵੀ ਸਰਸੇ ਪਾਠ ਕਰਨਗੇ। ਸਰਸੇ ਪਾਠ ਨਹੀਂ ਹੈ, ਸਰਸੇ ਪਾਠ ਕਰਨਾ ਚਾਹੀਦਾ। ਹਾਂ, ਉਹਨਾਂ ਤੁਕਾਂ ਦੇ ਅਰਥ ਸੰਗਤ ਨੂੰ ਜ਼ਰੂਰ ਸਮਝਾ ਦਿਓ ਵੀ ਇਹਦਾ ਅਰਥ ਇਹ ਹੈ। ਇਹ ਨਹੀਂ ਵੀ ਜੇ ਕਿਸੇ ਦਾ ਨਾਂ ਕਿਸੇ ਸ਼ਹਿਰ ਦਾ ਕਿਸੇ ਡੇਰੇਦਾਰ ਦਾ ਮਿਲਦਾ ਹੈ ਅਤੇ ਤੁਸੀਂ ਗੁਰਬਾਣੀ ਦਾ ਪਾਠ ਹੀ ਉੱਥੋਂ ਅਸ਼ੁੱਧ ਕਰ ਦਿਓ, ਗਲਤ ਪੜ੍ਹਨ ਲੱਗ ਪਓ। ਸਰਸੇ ਪਾਠ ਨਹੀਂ, ਸਰਸੇ ਪਾਠ ਹੈ। ਹਾਂ, ਅਰਥ ਕਰਨ ਵੇਲੇ ਸੰਧੀ ਛੇਦ ਕਰਕੇ ਜ਼ਰੂਰ ਆਪਾਂ ਅਰਥ ਕਰਾਂਗੇ। ਸੱਸਾ ਵੱਖਰਾ ਕਰਾਂਗੇ, ਰਸੇ ਵੱਖਰਾ ਕਰਾਂਗੇ। ਸੱਸਾ ਸਾਹਿਤ, ਰਸੇ ਰਸ ਦੇ ਸਹਿਤ, ਪ੍ਰੇਮ ਦੇ ਰਸ ਦੇ ਸਹਿਤ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ। ਜਿਹੜੇ ਗੁਰੂ ਕੀ ਬਾਣੀ ਪੜ੍ਹ ਕੇ ਗੁਰੂ ਕੇ ਸਿੱਖ ਰਸ ਦੇ ਸਹਿਤ ਹੋ ਗਏ ਔਰ ਇਹ ਅਵਸਥਾ ਉਹਨਾਂ ਨੇ ਪੂਰੇ ਗੁਰੂ ਤੋਂ ਪ੍ਰਾਪਤ ਕੀਤੀ। ਪੂਰੇ ਗੁਰ ਤੇ ਜਾਣੀ, ਪੂਰੇ ਗੁਰੂ ਤੋਂ ਪ੍ਰਾਪਤ ਕੀਤੀ। ਇਹ ਅਰਥ ਹਨ ਇਹਨਾਂ ਤੁਕਾਂ ਦੇ। ਅਤੇ ਹੋਰ ਸਾਰੇ ਧਰਮ ਹਨ ਤਾਂ ਸਤਿਕਾਰਯੋਗ, ਆਪੋ ਆਪਣਾ ਹਰੇਕ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਪਰ ਦੂਜੇ ਕਿਸੇ ਧਰਮ ਦੇ ਉੱਤੇ ਕਟਾਕਸ਼ ਕਰਕੇ ਜਾਂ ਦੂਜੇ ਧਰਮ ਦੀਆਂ ਜੋ ਰਹੁ ਰੀਤਾਂ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਬਾਣੀ ਦੇ ਅਰਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ, ਇਹ ਗੁਰੂ ਕਾ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਸੋ ਈਸਾਈ ਮੱਤ ਵਾਲੇ ਉਹ ਆਪਣਾ ਪ੍ਰਚਾਰ ਕਰਦੇ ਆ, ਕਰੀ ਜਾਣ, ਕਿਸੇ ਨੂੰ ਕੀ ਲੈਣਾ ਦੇਣਾ। ਆਪਣਾ ਪ੍ਰਚਾਰ ਕਰਨ, ਆਪਣੇ ਧਰਮ ਨੂੰ ਫੋਲੋ ਕਰਨ ਦਾ, ਆਪਣੇ ਧਰਮ ਨੂੰ ਉਹਦੀਆਂ ਰਹੁ ਰੀਤਾਂ ਨੂੰ ਮੰਨਣ ਦਾ ਹਰੇਕ ਨੂੰ ਅਧਿਕਾਰ ਹੈ ਔਰ ਭਾਰਤ ਦਾ ਸੰਵਿਧਾਨ ਵੀ ਅਧਿਕਾਰ ਦਿੰਦਾ। ਅਤੇ ਸਤਿਗੁਰੂ ਸਾਹਿਬ ਜੀ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਆਪੋ ਆਪਣੇ ਧਰਮ ਵਿੱਚ ਪ੍ਰਪੱਕ ਰਹੋ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਾਹੋ ਵਰਨਾ ਕੋ ਸਾਂਝਾ। ਸੋ ਉਹਨਾਂ ਵੱਲੋਂ ਵੀ ਕਈ ਵਾਰ ਐਸੀਆਂ ਵਿਚਾਰਾਂ ਸੰਗਤ ਤੋਂ ਸੁਣਨ ਨੂੰ ਮਿਲੀਆਂ ਕਿ ਉਹ ਕਹਿੰਦੇ ਆ ਜੀ ਪੁਨਰਾਸ਼ਿਸ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ। ਕਹਿੰਦੇ ਵੀ ਜਿਹੜੇ ਈਸਾ ਮਸੀਹ ਹੈ ਉਹ ਜਗਤ ਦੇ ਸੁਆਮੀ ਹੈ। ਇਹ ਤਾਂ ਉਹਨਾਂ ਦੀ ਮਹਿਮਾ ਤਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਲਿਖੀ ਹੈ। ਹੁਣ ਤੁਕਾਂ ਦੇ ਅਰਥ ਨਹੀਂ ਪਤਾ ਤਾਂ ਆਪਾਂ ਸੱਚ ਹੀ ਮੰਨਾਂਗੇ ਨਾ ਵੀ ਹਾਂ ਵਾ ਈਸਾ ਸ਼ਬਦ ਆ ਗਿਆ ਵਿੱਚ, ਵੀ ਇਹ ਤਾਂ ਈਸਾ ਮਸੀਹ ਵਾਸਤੇ ਲਿਖਿਆ ਹੋਣਾ।
ਪਰ ਗੁਰਮੁਖ ਪਿਆਰੋ ਇਹਨਾਂ ਤੁਕਾਂ ਦੇ ਇਹ ਅਰਥ ਨਹੀਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਨੰਨ ਸਿੱਖ ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਕਾ ਸਿੱਖ ਗੁਰਬਾਣੀ ਦੀ ਕਥਾ ਵੀ ਸੁਣੇ, ਇਤਿਹਾਸ ਦੀ ਕਥਾ ਵੀ ਸੁਣੇ, ਜਿੱਥੇ ਬ੍ਰਹਮ ਦੀ ਵਿਚਾਰ, ਕਿਉਂਕਿ ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਗੁਰਬਾਣੀ ਵਿੱਚ ਬ੍ਰਹਮ ਦਾ ਹੀ ਵਿਚਾਰ ਹੈ, ਬ੍ਰਹਮ ਗਿਆਨ ਹੀ ਹੈ ਨਿਰੋਲ। ਕਹਿੰਦੇ ਜਿੱਥੇ ਬ੍ਰਹਮ ਦੀ ਵਿਚਾਰ ਚੱਲ ਰਹੀ ਹੋਵੇ, ਸੂਖਮ ਬੁੱਧੀ ਕਰਕੇ ਗੁਰੂ ਕਾ ਸਿੱਖ ਗੁਰਬਾਣੀ ਦੀ ਕਥਾ ਨੂੰ, ਵਿਚਾਰ ਨੂੰ ਸਰਵਣ ਕਰੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਦਾ ਗੁਰੂ ਕੇ ਸਿੱਖ ਨੂੰ ਨਿਯਮ ਦਿੱਤਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਹਰ ਇੱਕ ਗੁਰੂ ਕੇ ਸਿੱਖ ਨੂੰ ਕਰਨੀ ਚਾਹੀਦੀ ਹੈ, ਦੱਸਦੇ ਹਨ। ਕਹਿੰਦੇ ਸ੍ਰੀ ਅੰਮ੍ਰਿਤਸਰ ਜੋ ਸ਼ੁਭਾਏਮਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਸਰੋਵਰ ਬਣਾਇਆ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿਸ ਧਰਤੀ ਵਰਗਾ ਦੁਨੀਆ ਦੇ ਵਿੱਚ ਗੁਰਮੁਖ ਪਿਆਰਿਓ ਹੋਰ ਕੋਈ ਅਸਥਾਨ ਨਹੀਂ ਹੈ, ਹੋਰ ਕੋਈ ਜਗ੍ਹਾ ਨਹੀਂ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਾਰ। ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਵਿੱਚ। ਜਦੋਂ ਗੁਰੂ ਕਾ ਸਿੱਖ ਜਾ ਕੇ ਡੁਬਕੀ ਲਾ ਲੈਂਦਾ, ਉੱਥੇ ਚੁੱਭਾ ਲਾ ਲੈਂਦਾ। ਤੇ ਪੁਰਾਤਨ ਇਤਿਹਾਸ ਆਪਾਂ ਪੜ੍ਹਦੇ ਸੁਣਦੇ ਹੀ ਹੈ, ਗੁਰੂ ਕੇ ਸਿੱਖ ਜਾਨਾਂ ਹੀਲ ਕੇ ਵੀ ਉਹ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆ ਜਾਂਦੇ ਸੀ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ। ਸਿੱਖ ਦੀ ਖਬਰ ਦੇਣ ਵਾਲੇ ਨੂੰ ਇਨਾਮ, ਸਿੱਖ ਨੂੰ ਗ੍ਰਿਫਤਾਰ ਕਰਾਉਣ ਵਾਲੇ ਨੂੰ ਇਨਾਮ, ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80-80 ਰੁਪਏ ਸਿੱਖਾਂ ਦੇ ਸਿਰਾਂ ਦੇ ਮੁੱਲ ਜਿਸ ਵੇਲੇ ਰੱਖੇ ਸਨ ਨਾ, ਉਹਨਾਂ ਹਾਲਾਤਾਂ ਦੇ ਵਿੱਚ ਵੀ ਗੁਰੂ ਕੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਿਯਮ ਨੂੰ ਨਹੀਂ ਉਹਨਾਂ ਨੇ ਤਿਆਗਿਆ। ਤੇ ਅੱਜ ਤਾਂ ਬਹੁਤ ਸਾਰੇ ਗੁਰਮੁਖ ਪਿਆਰਿਓ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀਆਂ ਸਾਖੀਆਂ ਸੁਣਾ ਕੇ ਸੰਗਤਾਂ ਤੋਂ ਮਾਇਆ ਬਟੋਰਨ ਵਾਲੇ ਪ੍ਰਚਾਰਕ ਅੱਜ ਉਹ ਅੰਮ੍ਰਿਤ ਸਰੋਵਰ ਦੇ ਜਲ ਨੂੰ ਆਮ ਪਾਣੀ ਘਰਾਂ ਵਰਗੇ ਪਾਣੀ, ਘਰਾਂ ਵਾਲੇ ਪਾਣੀ ਦੀ ਉਹ ਤਸ਼ਬੀਹ ਦਿੰਦੇ ਫਿਰਦੇ ਆ। ਕਹਿਣਗੇ ਸਾਡੇ ਘਰਾਂ ਵਿੱਚ ਵੀ ਉਹੀ ਪਾਣੀ ਹੈ ਤੇ ਅੰਮ੍ਰਿਤ ਸਰੋਵਰ ਵਿੱਚ ਵੀ ਉਹੀ ਪਾਣੀ ਹੈ। ਜੇ ਅੰਮ੍ਰਿਤ ਸਰੋਵਰ ਵਿੱਚ ਉਹ ਘਰਾਂ ਵਾਲਾ ਪਾਣੀ ਵਰਗਾ ਹੀ ਪਾਣੀ ਹੈ ਤੇ ਗੁਰਮੁਖੋ ਉੱਥੇ ਬੀਬੀ ਰਾਜਨੀ ਦਾ ਪਿੰਗਲਾ ਤੇ ਕੋੜਾ ਪਤੀ, ਤੇ ਉਹ ਠੀਕ ਕਿਵੇਂ ਹੋ ਗਿਆ, ਅਰੋਗ ਕਿਵੇਂ ਹੋ ਗਿਆ? ਤੇ ਇਹ ਤਾਂ ਪੁਰਾਤਨ ਇਤਿਹਾਸ ਆ ਨਾ। ਮੌਜੂਦਾ ਸਮੇਂ ਵਿੱਚ ਵੀ ਸਮੇਂ-ਸਮੇਂ 'ਤੇ ਖਬਰਾਂ ਪੜ੍ਹਨ ਸੁਣਨ ਨੂੰ ਆਪਾਂ ਨੂੰ ਮਿਲਦੀਆਂ ਰਹਿੰਦੀਆਂ ਵੀ ਫਲਾਣਾ ਸਿੰਘ ਉੱਥੇ ਗਿਆ ਜੀ, ਅੱਖਾਂ ਤੋਂ ਮਨਾਖਾ ਸੀ, ਦਰਬਾਰ ਸਾਹਿਬ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਸਤਿਗੁਰੂ ਜੀ ਦੇ ਦਰ ਘਰ ਵਿਖੇ ਸ਼ਰਧਾ ਨਾਲ ਗਿਆ ਤੇ ਉਹਦੀਆਂ ਅੱਖਾਂ ਦੀ ਰੌਸ਼ਨੀ ਪਰਤ ਆਈ। ਕਿਸੇ ਨੂੰ ਕੋਈ ਹੋਰ ਭਿਆਨਕ ਰੋਗ ਹੈ, ਉਹ ਉੱਥੇ ਗਿਆ, ਕਿਤਨਿਆਂ ਦੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਉੱਥੋਂ ਠੀਕ ਹੋਈਆਂ। ਗੁਰਮੁਖ ਪਿਆਰਿਓ, ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੇ ਨਾਲ ਸੰਗਤਾਂ ਦੇ ਠੀਕ ਹੁੰਦੇ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਿਧਾਨ ਮਿੱਥ ਦਿੱਤਾ ਹੈ, ਹੁਕਮ ਕਰ ਦਿੱਤਾ ਹੈ ਕਿ ਗੁਰੂ ਕਾ ਸਿੱਖ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਜ਼ਰੂਰ ਕਰੇ। ਜਦੋਂ ਵੀ ਸਮਾਂ ਮਿਲਦਾ ਅੰਮ੍ਰਿਤਸਰ ਸਾਹਿਬ ਜਾਵੇ, ਕਿਉਂਕਿ ਜਿਵੇਂ ਹਰੇਕ ਧਰਮ ਦਾ ਆਪੋ ਆਪਣਾ ਇੱਕ ਆਸਥਾ ਦਾ ਕੇਂਦਰੀ ਸਥਾਨ ਹੁੰਦਾ ਨਾ, ਜਿਵੇਂ ਮੁਸਲਮਾਨਾਂ ਵਾਸਤੇ ਮੱਕਾ ਕਾਬਾ ਹੈ, ਈਸਾਈਆਂ ਵਾਸਤੇ ਯਰੂਸ਼ਲਮ ਦੀ ਧਰਤੀ ਹੈ, ਤੇ ਇਸੇ ਪ੍ਰਕਾਰ ਹਿੰਦੂਆਂ ਵਾਸਤੇ ਉਹਨਾਂ ਦੇ ਵੱਡੇ ਵੱਡੇ ਤੀਰਥ ਅਸਥਾਨ ਹਨ। ਗੁਰੂ ਕੇ ਸਿੱਖਾਂ ਵਾਸਤੇ ਸਭ ਤੋਂ ਸਿਰਮੌਰ ਜਗ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ। ਤੇ ਗੁਰਮੁਖ ਪਿਆਰਿਓ, ਇਸ ਪਵਿੱਤਰ ਧਰਤੀ ਦੇ ਨਾਲ ਤੋੜਨ ਦੇ ਲਈ, ਇਹ ਤੋਂ ਮੋਹ ਭੰਗ ਕਰਨ ਦੇ ਲਈ ਹਕੂਮਤਾਂ ਨੇ ਟਿੱਲ ਲਾ ਰਿਆ, ਕਿਹੜਾ ਹਰਬਾ ਨਹੀਂ ਵਰਤਿਆ। ਪੁਰਾਤਨ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ ਦੀਆਂ ਸਰਕਾਰਾਂ ਤੱਕ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਨੇ, ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕਰਨੇ, ਫੌਜਾਂ ਚੜ੍ਹਾ ਲਿਆਉਣੀਆਂ, ਅਬਦਾਲੀ ਵਰਗਿਆਂ ਤੋਂ ਲੈ ਕੇ ਤੇ ਮੌਜੂਦਾ ਸਮੇਂ ਇੰਦਰਾ ਵਰਗਿਆਂ ਤੱਕ। ਤੇ ਹੁਣ ਵੀ ਹਰੇਕ ਤਰੀਕੇ ਦੇ ਨਾਲ ਹਕੂਮਤਾਂ ਦੇ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੰਗਤਾਂ ਦਾ ਮੋਹ ਭੰਗ ਕਰਨ ਦੇ ਲਈ ਚਾਲਾਂ ਲਗਾਤਾਰ ਚੱਲੀਆਂ ਜਾ ਰਹੀਆਂ।
ਇਹ ਤਾਂ ਸਿੱਖ ਪੰਥ ਦੀ ਸੁਚੇਤਤਾ ਜਾਂ ਸ਼ਰਧਾ ਭਾਵਨਾ ਕਹਿ ਲਓ ਜਾਂ ਗੁਰੂ ਸਾਹਿਬ ਦੀ ਕਿਰਪਾ ਕਹਿ ਲਓ ਕਿ ਸਿੱਖ ਆਸੇ ਪਾਸੇ ਫਿਰਦਾ ਹੋਇਆ ਜਿੰਨੀਆਂ ਮਰਜ਼ੀ ਆਪਣੀਆਂ ਜਥੇਬੰਦੀਆਂ ਬਣਾਈ ਫਿਰੇ, ਜਿੰਨਾ ਮਰਜ਼ੀ ਆਪਣੇ ਵੱਖਰੇ ਵੱਖਰੇ ਜਥਿਆਂ ਵਿੱਚ ਤੁਰਿਆ ਫਿਰੇ, ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਿੱਖ ਚਲਿਆ ਜਾਂਦਾ ਨਾ, ਉੱਥੇ ਸਿਰਫ ਇੱਕੋ ਹੀ ਗੱਲ ਰਹਿ ਜਾਂਦੀ ਹੈ, ਮੈਂ ਗੁਰੂ ਦੇ ਦਰ 'ਤੇ ਆਇਆ, ਮੈਂ ਗੁਰੂ ਕਾ ਸਿੱਖ ਹਾਂ। ਅਤੇ ਇਹੀ ਭਾਵਨਾ ਹੁੰਦੀ ਹੈ ਕਿ ਮੈਂ ਗੁਰੂ ਦਰ ਦੇ ਉੱਤੇ ਆ ਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ, ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਆਪ ਨੂੰ ਵਡਭਾਗਾ ਬਣਾਵਾਂ। ਅਤੇ ਗੁਰਮੁਖੋ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਮਹਾਨਤਾ ਇਸ ਗੱਲੋਂ ਵੀ ਪ੍ਰਗਟ ਹੈ ਕਿਉਂਕਿ ਸਿੱਖਾਂ ਦੀ ਜਿਹੜੀ ਕੌਮੀ ਅਰਦਾਸ ਹੈ, ਸੰਗਤੀ ਅਰਦਾਸ ਹੈ ਨਾ ਜਿਹੜੀ, ਸੋ ਉਹਦੇ ਵਿੱਚ ਵੀ ਗੁਰੂ ਕਾ ਸਿੱਖ ਜਦੋਂ ਵੀ ਅਰਦਾਸ ਕਰਦਾ ਹਮੇਸ਼ਾ ਇਹ ਮੰਗ ਬਾਕੀ ਸਾਰੀਆਂ ਮੰਗਾਂ ਤੋਂ ਪਹਿਲਾਂ ਰੱਖੀ ਜਾਂਦੀ ਹੈ। ਬਾਕੀ ਜਿਸ ਕਾਰਜ ਵਾਸਤੇ ਅਰਦਾਸ ਕਰਦੇ ਆ ਉਹ ਕਾਰਜ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਾਅਦ ਵਿੱਚ ਬੇਨਤੀ ਕਰਦਾ ਨਾ ਗੁਰੂ ਕਾ ਸਿੱਖ। ਪਹਿਲਾਂ ਇਹ ਅਰਦਾਸ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਖਸ਼ੋ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਨਿੱਤਾ ਪ੍ਰਤੀ ਗੁਰੂ ਕਾ ਸਿੱਖ ਮੰਗਦਾ। ਅਤੇ ਜਿਹੜੇ ਇਸ ਅੰਮ੍ਰਿਤ ਸਰੋਵਰ ਦੇ ਜਲ ਦੀ ਅੰਮ੍ਰਿਤਸਰ ਦੀ ਵਿਰੋਧਤਾ ਕਰਦੇ ਆ, ਉਹਨਾਂ ਦੇ ਪ੍ਰੋਗਰਾਮਾਂ ਵਿੱਚ ਵੀ ਅਰਦਾਸ ਇਹੀ ਹੁੰਦੀ ਹੈ। ਉਹ ਪਹਿਲਾਂ ਕੂੜ ਪ੍ਰਚਾਰ ਕਰਕੇ ਹਟੇ ਹੁੰਦੇ ਹੈ, ਬਾਅਦ ਵਿੱਚ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਦਾ, ਫਿਰ ਅਰਦਾਸ ਵਿੱਚ ਫੇਰ ਉਹੀ ਮੰਗ, ਸੰਗਤ ਫੇਰ ਉਹੀ ਮੰਗ ਮੰਗਦੀ ਹੈ। ਸੋ ਕਿਸੇ ਪ੍ਰਕਾਰ ਦੇ ਭਰਮ ਭੁਲੇਖੇ ਵਿੱਚ ਨਹੀਂ ਪੈਣਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਉਹ ਪਵਿੱਤਰ ਅੰਮ੍ਰਿਤ ਜਲ ਜਿੱਥੇ ਗੁਰਮੁਖ ਪਿਆਰੋ ਹਰ ਵੇਲੇ ਬਾਣੀ ਪੜ੍ਹੀ ਜਾ ਰਹੀ ਹੈ, ਜਿਹੜਾ ਅੰਮ੍ਰਿਤ ਆਪਾਂ ਮਰਿਆਦਾ ਦੇ ਮੁਤਾਬਕ 5 ਪਿਆਰਿਆਂ ਦੇ ਪਾਸੋਂ ਛਕਦੇ ਹੈ, ਅਤੇ ਗੁਰਮੁਖ ਪਿਆਰੇ ਹੁੰਦਾ ਤਾਂ ਉਹ ਵੀ ਪਹਿਲਾਂ ਜਲ ਹੀ ਹੈ, ਜਲ ਦੇ ਵਿੱਚ ਪਤਾਸੇ ਪਾਏ ਜਾਂਦੇ ਆ, ਪਰ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਤਾਂ ਉਹ ਅੰਮ੍ਰਿਤ ਬਣ ਜਾਂਦਾ ਹੈ, ਉਹ ਅੰਮ੍ਰਿਤ ਬਣ ਜਾਂਦਾ ਹੈ। ਅਤੇ ਜਿਸ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ, ਜਿਸ ਦਰਬਾਰ ਸਾਹਿਬ ਦੇ ਵਿੱਚ ਸਦੀਆਂ ਹੋ ਗਈਆਂ ਗੁਰੂ ਕੀ ਬਾਣੀ ਦਾ ਕੀਰਤਨ ਹੁੰਦੇ ਆ, ਸਦੀਆਂ ਹੋ ਗਈਆਂ ਗੁਰੂ ਕੀ ਬਾਣੀ ਦਾ ਜਾਪ ਹੁੰਦੇ ਆ, ਅਤੇ ਗੁਰਮੁਖ ਪਿਆਰਿਓ ਕੀ ਉਹ ਜਲ ਆਮ ਪਾਣੀ ਰਹਿ ਗਿਆ? ਉਹ ਅੰਮ੍ਰਿਤ ਕਿਉਂ ਨਹੀਂ ਬਣਿਆ? ਇਸ ਕਰਕੇ ਇਹ ਭਾਵਨਾ ਰੱਖਣੀ ਹੈ ਕਿ ਗੁਰੂ ਕਾ ਅੰਮ੍ਰਿਤ ਸਰੋਵਰ ਹੈ, ਇਹਦੇ ਵਿਚਲਾ ਜਲ ਅੰਮ੍ਰਿਤ ਜਲ ਹੈ। ਸੋ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ। ਇਹ ਨਹੀਂ ਕਿ ਸਾਡੇ ਪਿੰਡ ਵਾਲੇ ਗੁਰਦੁਆਰੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਅਤੇ ਉੱਥੇ ਵੀ ਪ੍ਰਕਾਸ਼ ਹੈ, ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ? ਨਹੀਂ ਗੁਰਮੁਖ ਪਿਆਰਿਓ, ਗੁਰੂ ਜੋਤ ਉਹੀ ਹੈ, ਇੱਥੇ ਵੀ ਪ੍ਰਕਾਸ਼ ਹੈ, ਉੱਥੇ ਵੀ ਪ੍ਰਕਾਸ਼ ਹੈ, ਪਰ ਕੋਈ ਕੇਂਦਰੀ ਸਥਾਨ ਵੀ ਤਾਂ ਹੁੰਦੇ ਆ ਨਾ ਕੌਮਾਂ ਦੇ, ਬਾਕੀ ਅਸਥਾਨਾਂ ਵਾਸਤੇ ਨਹੀਂ ਲਿਖ ਦਿੱਤਾ। ਸਿਰਫ ਅੰਮ੍ਰਿਤਸਰ ਸਾਹਿਬ ਵਾਸਤੇ ਹੀ ਸਤਿਗੁਰਾਂ ਨੇ ਬਾਣੀ ਵਿੱਚ ਕਿਉਂ ਉਚਾਰਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ, ਵੀ ਥਾਵਾਂ ਤਾਂ ਬਹੁਤ ਸਾਰੀਆਂ ਪਰ ਇਸ ਸਥਾਨ ਵਰਗਾ ਥਾਂ ਨਹੀਂ ਕੋਈ। ਸੋ ਭਾਈ ਦਇਆ ਸਿੰਘ ਜੀ ਕਹਿ ਰਹੇ ਨੇ, ਸ੍ਰੀ ਅੰਮ੍ਰਿਤਸਰ ਮੱਜਨ ਕਰੀਏ। ਹਰੇਕ ਗੁਰੂ ਕੇ ਸਿੱਖ ਦਾ ਇਹ ਫਰਜ਼ ਬਣਦਾ ਹੈ, ਹੇ ਗੁਰੂ ਕੇ ਸਿੱਖੋ, ਗੁਰੂ ਕੇ ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਸਰੋਵਰ ਦੇ ਵਿੱਚ ਜਾ ਕੇ ਮੱਜਨ ਕਹੀਏ, ਇਸ਼ਨਾਨ ਕਰੀਏ। ਪ੍ਰਾਪਤੀ ਕੀ ਹੁੰਦੀ ਹੈ ਜੀ? ਜਨਮ ਜਨਮ ਕੇ ਅਗ ਪਾਪ ਜਿਹੜੇ ਆ ਪਰ ਹਰੀਏ ਦੂਰ ਕਰ ਲਈਏ। ਫਿਰ ਇਸ਼ਨਾਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਜਾ ਕੇ ਦਰਬਾਰ ਸਾਹਿਬ ਵਿਖੇ ਕਰਨੇ ਚਾਹੀਦੇ। ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਬਾਬਤ ਕੱਲ੍ਹ ਵਿਚਾਰਿਆ, ਅਤੇ ਨਾਲ ਬਾਬਾ ਜੋਗਿੰਦਰ ਸਿੰਘ ਜੀ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਜੀ, ਉਹਨਾਂ ਦੇ ਜੀਵਨ ਦੀਆਂ ਝਲਕੀਆਂ ਵੀ ਵੇਖੀਆਂ ਕੱਲ੍ਹ ਦੀ ਵਿਚਾਰ ਦੇ ਵਿੱਚ। ਅਤੇ ਬਾਬਾ ਜੋਗਿੰਦਰ ਸਿੰਘ ਜੀ ਦਾ ਇਹ ਪ੍ਰਣ ਸੀ ਕਿ ਅੰਮ੍ਰਿਤਸਰ ਸਾਹਿਬ ਦੀ ਜੂਹ ਦੇ ਵਿੱਚ ਵੀ ਚਲੇ ਜਾਂਦੇ ਨਾ, ਅਤੇ ਉਹ ਜ਼ਰੂਰ ਕੇਸੀ ਇਸ਼ਨਾਨ ਜਾ ਕੇ ਟੁੱਬਾ ਲਾਉਂਦੇ ਅੰਮ੍ਰਿਤ ਸਰੋਵਰ ਵਿੱਚ, ਅਤੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਭਾਵੇਂ ਥੋੜ੍ਹਾ ਸਮਾਂ ਹੀ ਰੁਕਦੇ। ਉਹਨਾਂ ਦਾ ਇਹ ਨਿਯਮ ਸੀ ਵੀ ਦਰਸ਼ਨ ਅਤੇ ਇਸ਼ਨਾਨ ਕੀਤੇ ਬਿਨਾਂ ਕਦੇ ਵਾਪਸ ਖਾਲੀ ਨਹੀਂ ਸੀ ਮੁੜਦੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੱਕ ਜਾਣਾ, ਅੰਮ੍ਰਿਤਸਰ ਦੀ ਜੂਹ ਦੇ ਵਿੱਚ ਵੀ ਚਲੇ ਜਾਂਦੇ। ਸੋ ਉਹਨਾਂ ਦਾ ਇਹ ਨਿਯਮ ਸੀ, ਪੁਰਾਤਨ ਗੁਰਸਿੱਖਾਂ ਵਾਲੇ ਨਿਯਮ ਉਹਨਾਂ ਨੇ ਧਾਰਨ ਕਰਕੇ ਰੱਖੇ ਹੋਏ ਸਨ। ਸੋ ਹਰਿਮੰਦਰ ਦਰਸੋ ਦਰਬਾਰ, ਭਾਈ ਦਇਆ ਸਿੰਘ ਜੀ ਕਹਿੰਦੇ ਹਰਿਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਜਾ ਕੇ ਗੁਰੂ ਕਾ ਸਿੱਖ ਦਰਸ਼ਨ ਦੀਦਾਰ ਕਰੇ।
ਜਿਸ ਦਰਬਾਰ ਸਾਹਿਬ ਦੇ ਵਿੱਚ ਹਮੇਸ਼ਾ ਹੀ ਗੁਰ ਗਿਰਾ, ਗਿਰਾ ਨਾਮ ਹੈ ਬਾਣੀ ਦਾ, ਜਿੱਥੇ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਗੁਰਬਾਣੀ ਦਾ ਉਚਾਰਨ ਹੁੰਦਾ ਹੈ। ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਗੁਰੂ ਕਾ ਸਿੱਖ ਜਾ ਕੇ ਦਰਬਾਰ ਸਾਹਿਬ ਬੈਠੇ। ਹਾਂਜੀ, ਗੁਰੂ ਤੋਂ ਬਿਨਾ ਮਨ ਨਾ ਡੁਲਾਵੇ, ਸਿਰਫ ਗੁਰੂ ਵਿੱਚ ਧਿਆਨ ਹੋਵੇ। ਵਾਹਿਗੁਰੂ ਵਾਹਿਗੁਰੂ ਜਪੇ, ਗੁਰੂ ਵਿੱਚ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਗੁਰੂ ਕੇ ਸਿੱਖ ਦੇ ਧਿਆਨ ਦੀ ਇਕਾਗਰਤਾ ਬਣੀ ਰਹੇ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਾਗਤ ਜੋਤ ਦਾ ਵਾਸਾ ਹੈ। ਤੇ ਭਾਈ ਉਹਨਾਂ ਅਸਥਾਨਾਂ ਦੇ ਉੱਤੇ ਵੀ, ਹੁਣ ਪਹਿਲਾਂ ਦੱਸਿਆ ਵੀ ਅੰਮ੍ਰਿਤਸਰ ਸਾਹਿਬ ਵੀ ਦਰਸ਼ਨ ਇਸ਼ਨਾਨ ਕਰਨੇ ਆ, ਤੇ ਫਿਰ ਕਹਿੰਦੇ ਜਾਗਤ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਜਿੱਥੇ ਵੀ ਪ੍ਰਕਾਸ਼ ਹੈ, ਉਹਨਾਂ ਜਗ੍ਹਾ ਦੇ ਉੱਤੇ ਭਾਵ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਗੁਰੂ ਕਾ ਸਿੱਖ ਦਰਸ਼ਨ ਕਰੇ ਜਾ ਕੇ। ਤੇ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿਖੇ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ, ਕਹਿੰਦੇ ਕਿਦੋਂ ਪਰਬ ਕੇ ਦਿਨ ਚੱਲ ਜਾਵੋ। ਜੇ ਕੋਈ ਗੁਰਪੁਰਬ ਹੈ ਤਾਂ ਉਹਨਾਂ ਗੁਰਪੁਰਬਾਂ ਦੇ ਦਿਨ ਦੇ ਉੱਤੇ ਵਿਸ਼ੇਸ਼ ਕਰਕੇ ਗੁਰੂ ਕਾ ਸਿੱਖ ਪਹੁੰਚ ਕੇ ਦਰਸ਼ਨ ਕਰੇ। ਤੇ ਫਿਰ ਕਹਿੰਦੇ ਜਾਂ ਕਿਦੋਂ ਨਾਮ ਜਾਣਦਾ, ਜਾਂ ਕਹਿੰਦੇ ਖਸ਼ਟਮੋ ਮਾਸ ਸੁਧਾਵੋ, ਘੱਟੋ ਘੱਟ 6 ਮਹੀਨਿਆਂ ਬਾਅਦ ਗੁਰੂ ਕਾ ਸਿੱਖ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਜ਼ਰੂਰ ਕਰੇ। ਜੇ ਕਹਿੰਦੇ ਅੰਮ੍ਰਿਤਸਰ ਸਾਹਿਬ ਤੋਂ ਕੋਈ ਬਹੁਤਾ ਦੂਰ ਰਹਿੰਦਾ ਹੈ, ਜਿਵੇਂ ਵਿਦੇਸ਼ਾਂ ਵਿੱਚ ਸਿੱਖ ਵਸਦੇ ਆ, ਉਹਨਾਂ ਵਾਸਤੇ ਕੀ ਨਿਯਮ ਹੈ? ਕਹਿੰਦੇ 1 ਸਾਲ ਦੇ ਵਿੱਚ ਇੱਕ ਵਾਰੀ ਘੱਟੋ ਘੱਟ ਜ਼ਰੂਰ ਦਰਸ਼ਨ ਕਰੇ ਗੁਰੂ ਕੇ ਅਸਥਾਨਾਂ ਦੇ ਅੰਮ੍ਰਿਤਸਰ ਸਾਹਿਬ ਦੇ। ਹਾਂ, ਸਤਿਗੁਰੂ ਦੇ ਘਰ ਨੂੰ, ਸਤਿਗੁਰੂ ਦੇ ਦਰਬਾਰ ਨੂੰ ਜਾ ਕੇ ਦਰਸ਼ਨ ਕਰੇ। ਤਨ ਕਰਕੇ ਅਤੇ ਮਨ ਕਰਕੇ ਗੁਰੂ ਦਾ ਸਿੱਖ ਬਣ ਕੇ। ਹਾਂ, ਜਿਹੜਾ ਕਹਿੰਦੇ ਤਨ ਤੋਂ ਵੀ ਗੁਰੂ ਦਾ ਸਿੱਖ ਹੈ, 5 ਕਕਾਰੀ ਰਹਿਤ ਵੀ ਜਿਹਨੇ ਧਾਰਨ ਕੀਤੀ ਹੋਈ ਹੈ, ਤੇ ਇਸੇ ਪ੍ਰਕਾਰ ਮਨ ਤੋਂ ਵੀ ਕਹਿੰਦਾ ਵੀ ਮੈਂ ਗੁਰੂ ਕਾ ਸਿੱਖ ਹਾਂ, ਬਾਣੀ ਵੀ ਪੜ੍ਹਦਾ। ਤਨ ਤੋਂ ਅਤੇ ਮਨ ਤੋਂ ਹੈ ਤਾਂ ਗੁਰੂ ਕਾ ਸਿੱਖ, ਪਰ ਗਇਓ ਨਾ ਦਰਸ਼ਨ ਅੰਮ੍ਰਿਤਸਰ ਕੋ। ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਕਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਨਹੀਂ ਜਾਂਦਾ। ਭਾਈ ਦਇਆ ਸਿੰਘ ਜੀ ਕਹਿੰਦੇ ਫਿਰ ਉਹਨੇ ਕਾਹਦੇ ਵਾਸਤੇ ਇਹ ਸੰਸਾਰ ਦੇ ਉੱਤੇ ਆ ਕੇ ਜਨਮ ਧਾਰਨ ਕੀਤਾ? ਉਹਦਾ ਜਨਮ ਤਾਂ ਨਿਸਫਲ ਹੈ, ਵਿਅਰਥ ਹੈ। ਇਹ ਸਮਝ ਲਓ ਵੀ ਜਿਹੜਾ ਗੁਰੂ ਕਾ ਸਿੱਖ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਜਾਂਦਾ, ਦਰਸ਼ਨ ਨਹੀਂ ਕਰਦਾ, ਉਹਦਾ ਮਨੁੱਖਾ ਜਨਮ ਐਵੇਂ ਵਿਅਰਥ ਚਲਿਆ ਗਿਆ ਹੈ। ਉਹ ਤਾਂ ਐਵੇਂ ਹੀ ਦੁਨੀਆ ਦੇ ਉੱਤੇ ਆਇਆ ਤੇ ਚਲਿਆ ਗਿਆ। ਹਾਂ, ਜਿਹੜੇ ਗੁਰੂ ਕੇ ਸਿੱਖ ਜਾ ਕੇ ਦਰਸ਼ਨ ਦੀਦਾਰ ਕਰਦੇ ਆ ਔਰ ਸਰਵਰ ਮੱਝੈ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਨ, ਉਹ ਗੁਰੂ ਕੇ ਸਿੱਖ ਸਾਰੇ ਹੀ ਪਦਾਰਥ, ਪਰਮ ਪਦਾਰਥ, ਨਾਮ ਪਦਾਰਥ, ਸੋ ਸਾਰੇ ਧਰਮ ਪਦਾਰਥ, ਇਹਨਾਂ ਸਾਰੇ ਪਦਾਰਥਾਂ ਦੀ ਪ੍ਰਾਪਤੀ ਕਰ ਲੈਂਦੇ ਹਨ। ਪਾਏ ਪਦਾਰਥ ਸਭ ਅਗ ਭਜੈ, ਹਰ ਪ੍ਰਕਾਰ ਦੇ ਪਦਾਰਥਾਂ ਦੀ ਉਹਨਾਂ ਨੂੰ ਗੁਰੂ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ, ਤੇ ਹਰ ਪ੍ਰਕਾਰ ਦੇ ਜਿਹੜੇ ਅਗ ਕਹੀਏ ਪਾਪ ਹਨ, ਭਜੈ ਨਾਸ਼ ਹੋ ਜਾਂਦੇ ਹਨ। ਐਸਾ ਜਿਹੜਾ ਉਪਦੇਸ਼ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਪਹਿਲਾਂ ਕਰਦੇ ਹਨ ਕਿ ਗੁਰੂ ਕਾ ਸਿੱਖ ਆਪਣੇ ਅੰਤਸ਼ਕਰਨ ਨੂੰ, ਮਨ ਬੁੱਧੀ ਨੂੰ ਸ਼ੁੱਧ ਕਰਕੇ ਰੱਖੇ। ਸੋ ਗੁਰੂ ਕਾ ਉਪਦੇਸ਼ ਸ਼ੁੱਧ ਮਨ ਦੇ ਨਾਲ ਜਦੋਂ ਸੁਣੇਗਾ, ਮਨ ਮਲੀਨ ਵੀ ਹੋਵੇ ਤਾਂ ਗੁਰੂ ਕਾ ਉਪਦੇਸ਼ ਸੁਣਨ ਦੇ ਨਾਲ ਅੰਤःਕਰਨ ਸ਼ੁੱਧ ਹੋ ਜਾਂਦਾ ਹੈ। ਔਰ ਇਸ ਪ੍ਰਕਾਰ ਗੁਰੂ ਕਾ ਉਪਦੇਸ਼ ਮੰਨਦਾ ਹੋਇਆ ਜਿਹੜਾ ਗੁਰੂ ਕਾ ਸਿੱਖ, ਜਿਹੜਾ ਵੀ ਕੋਈ ਜਗਿਆਸੂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਤੇ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਔਰ ਪਰਮੇਸ਼ਰ ਸਰੂਪ ਸਤਿਗੁਰੂ ਸਾਹਿਬ ਜੀ ਦੇ ਨਾਲ ਜਿਸ ਗੁਰੂ ਕੇ ਸਿੱਖ ਦਾ ਪ੍ਰੇਮ ਹੁੰਦਾ ਹੈ,
ਤਿਸੈ ਨਿਤਾ ਪ੍ਰਤ ਭਗਤ ਦਰੜਾਵੈ। ਉਸ ਗੁਰੂ ਕੇ ਸਿੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਹੀ ਉਹਦੀ ਭਗਤੀ ਦ੍ਰਿੜ ਕਰਵਾਉਂਦੇ ਹਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਐਸਾ ਵੀ ਉਪਦੇਸ਼ ਕਰਦੇ ਹਨ ਕਿ ਗੁਰੂ ਕੇ ਸਿੱਖੋ ਹਮੇਸ਼ਾ ਗੁਰੂ ਦੇ ਪਰਮੇਸ਼ਰ ਦੇ ਭਾਣੇ ਵਿੱਚ ਰਾਜੀ ਰਹਿਣਾ, ਭਾਣਾ ਮੰਨਣਾ ਸਿਖਾਉਂਦੇ ਹਨ। ਕਿਸੇ ਪ੍ਰਕਾਰ ਦਾ ਕੋਈ ਕਸ਼ਟ ਆ ਜਾਏ, ਕੋਈ ਆਪਦਾ ਵਿਪਤਾ ਆ ਕੇ ਪੈ ਜਾਵੇ, ਜਾਂ ਫਿਰ ਕਹਿੰਦੇ ਸਰੀਰ ਵਿਖੇ ਕੋਈ ਭਿਆਨਕ ਬਿਮਾਰੀ ਰੋਗ ਆ ਪਵੇ, ਜਾਂ ਫਿਰ ਕਹਿੰਦੇ ਵਿਪਰ ਹੈ, ਵਿਪਰ ਨਾਮ ਹੈ ਵਿਪਰੀਤ ਦਾ, ਉਲਟਾ ਦਾ, ਕਹਿੰਦੇ ਪੁੱਤਰ ਉਲਟੇ ਪਾਸੇ ਚੱਲ ਪਵੇ, ਧਨ ਆਦਿਕ ਪੁੱਠੇ ਪਾਸੇ ਲੱਗ ਜਾਵੇ, ਜਾਂ ਪ੍ਰਾਰਬਧ ਕਰਕੇ ਆਪਣੀ ਮਾੜੀ ਕਿਸਮਤ ਕਰਕੇ ਮਾੜੇ ਕਰਮ ਕਰਕੇ ਕੁਝ ਵੀ ਐਸਾ ਵਾਪਰ ਜਾਵੇ। ਤੇ ਗੁਰੂ ਕੇ ਸਿੱਖਾ ਤੇਰਾ ਇਹ ਫਰਜ਼ ਬਣਦਾ ਹੈ ਕਿ ਪਰਮੇਸ਼ਰ ਦੇ ਵਿੱਚ, ਪਰਮਾਤਮਾ ਦੇ ਵਿੱਚ ਦੋਸ਼ ਨਾ ਆਰੋਪੀ। ਇਹਨੂੰ ਇਹ ਜਾਣੀ ਵੀ ਉਹਦਾ ਭਾਣਾ ਹੀ ਐਸਾ ਹੈ ਜਾਂ ਮੇਰੇ ਕਰਮਾਂ ਦਾ ਹੀ ਕੋਈ ਦੋਸ਼ ਹੈ। ਜੋ ਵਾਹਿਗੁਰੂ ਕਰਦਾ ਉਹਨੂੰ ਨੀਕੋ ਲਿਖੈ ਚੰਗਾ ਜਾਣੇ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ। ਦੀਨ ਮਨ ਹੋਏ ਨਾ, ਮਨ ਵਿੱਚ ਦੀਨ ਨਾ ਹੋਵੇ, ਅਧੀਰ ਨਾ ਹੋਵੇ, ਡੋਲੇ ਨਾ ਕਦੇ ਵੀ ਗੁਰੂ ਕਾ ਸਿੱਖ। ਹਮੇਸ਼ਾ ਇਹ ਸੋਚੇ ਕਿ ਜੋ ਪ੍ਰਮਾਤਮਾ ਕਰ ਰਿਹਾ, ਜੋ ਉਹਨੇ ਕੀਤਾ, ਇਹਦੇ ਵਿੱਚ ਮੇਰਾ ਭਲਾ ਹੀ ਹੈ, ਵਾਹਿਗੁਰੂ ਮੇਰਾ ਭਲਾ ਕਰ ਰਿਹਾ ਹੈ। ਹਾਂ, ਇਹ ਤਾਂ ਮੇਰੇ ਪਾਪਾਂ ਦੇ ਜਿਹੜੇ ਫਲ ਹੈ ਨਾ ਉਹ ਨਿਬੜ ਰਹੇ ਆ, ਤੇ ਮੈਂ ਨਿਤ ਚੇਰਾ, ਮੈਂ ਉਹ ਵਾਹਿਗੁਰੂ ਦਾ ਚੇਲਾ ਹਾਂ, ਨਿੱਤਾ ਪ੍ਰਤੀ ਉਹ ਵਾਹਿਗੁਰੂ ਦਾ ਦਾਸ ਹਾਂ। ਇਹ ਭਾਵਨਾ ਗੁਰੂ ਕਾ ਸਿੱਖ ਰੱਖੇ ਵੀ ਮੈਂ ਉਹਦਾ ਦਾਸ ਹਾਂ ਤੇ ਉਹਨੂੰ ਮੇਰਾ ਫਿਕਰ ਹੈ। ਮੇਰੇ ਜਿਹੜੇ ਕੋਈ ਪਾਪ ਕਰਮ ਆ ਨਾ ਉਹਨਾਂ ਨੂੰ ਸੂਲੀ ਤੋਂ ਸੂਲ ਬਣਾ ਕੇ ਭੁਗਤਾ ਰਿਹਾ ਉਹ ਵਾਹਿਗੁਰੂ। ਪਤਾ ਨਹੀਂ ਕਿੰਨਾ ਵੱਡਾ ਕੋਈ ਦੁੱਖ ਕਸ਼ਟ ਆਉਣਾ ਸੀ, ਵਾਹਿਗੁਰੂ ਨੇ ਆ ਥੋੜੇ ਜਿਹੇ ਨਾਲ ਹੀ ਸਾਰ ਦਿੱਤਾ। ਇਹ ਗੁਰੂ ਕੇ ਸਿੱਖ ਦੀ ਭਾਵਨਾ ਹੋਵੇ। ਜਿਵੇਂ ਭਾਈ ਭਿਖਾਰੀ ਜੀ ਦੀ ਸਾਖੀ ਆਉਂਦੀ ਹੈ ਨਾ, ਘਰ ਵਿੱਚ ਪੁੱਤਰ ਦਾ ਵਿਆਹ ਰੱਖਿਆ ਸੀ ਤੇ ਗੁਰੂ ਕਾ ਸਿੱਖ ਦਰਸ਼ਨ ਕਰਨ ਗਿਆ ਸੀ। ਮਹਾਰਾਜ ਕੋਈ ਐਸਾ ਵੀ ਸਿੱਖ ਆ ਜਿਹੜਾ ਤੁਸੀਂ ਸੁਖਮਨੀ ਸਾਹਿਬ ਵਿੱਚ ਬ੍ਰਹਮ ਗਿਆਨੀ ਕਹਿੰਦੇ ਹੋ ਵੀ ਉਹ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ, ਦੁੱਖ ਸੁੱਖ ਨੂੰ ਇੱਕੋ ਜਿਹਾ ਕਰਕੇ ਸਮ ਅਵਸਥਾ ਹੋਵੇ ਜਿਹਦੀ। ਤੇ ਭਾਈ ਭਿਖਾਰੀ ਜੀ ਦੀ ਗੁਜਰਾਤ ਦੇ ਵਿੱਚ ਜਾ ਕੇ, ਗੁਜਰਾਤ ਨਗਰ ਹੈ ਪਾਕਿਸਤਾਨ ਦੇ ਵਿੱਚ, ਉੱਥੇ ਜਾ ਕੇ ਦਰਸ਼ਨ ਕੀਤੇ ਸਨ। ਘਰ ਵਿੱਚ ਵਿਆਹ ਰੱਖਿਆ, ਪੁੱਤਰ ਚੜ੍ਹਾਈ ਕਰ ਗਿਆ, ਵਿਆਹ ਦੇ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ, ਸਭ ਕੁਝ ਪਤਾ ਵੀ ਸੀ ਕਿਉਂਕਿ ਬ੍ਰਹਮ ਗਿਆਨੀ ਸਿੱਖ ਸੀ, ਪਰ ਪਰਮੇਸ਼ਰ ਦੇ ਭਾਣੇ ਨੂੰ ਅਟੱਲ ਕਰਕੇ ਮੰਨਿਆ। ਇਹ ਨਹੀਂ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਲਾਂ ਵੀ ਮਹਾਰਾਜ ਮੇਰੇ ਪੁੱਤਰ ਨੂੰ ਲੰਮੀ ਆਰਜ਼ਾ ਬਖਸ਼ ਦਿਓ, ਜਾਂ ਸਭ ਕੁਝ ਪਤਾ ਹੁੰਦਿਆਂ ਇਹ ਸੋਚ ਲਵੇ ਵੀ ਮੈਂ ਇਹਦਾ ਵਿਆਹ ਹੀ ਨਾ ਕਰਾਂ। ਸਭ ਕੁਝ ਪਤਾ ਵੀ ਸੀ ਗੁਰੂ ਕੇ ਸਿੱਖ ਨੂੰ, ਭਾਣੇ ਦੀ ਗਿਆਤ ਵੀ ਸੀ, ਪਰ ਫਿਰ ਵੀ ਗੁਰੂ ਕੇ ਸਿੱਖ ਨੇ ਸਾਰੇ ਕਾਰ ਵਿਹਾਰ ਵਿਆਹ ਦੇ ਨਿਭਾਏ। ਜਦੋਂ ਵਿਆਹ ਕੇ ਘਰ ਆਏ ਵਹੁਟੀ ਨੂੰ ਲੈ ਕੇ, ਤੇ ਉਸ ਵੇਲੇ ਪੇਟ ਦੇ ਵਿੱਚ ਐਸਾ ਸੂਲ ਉਹਦੇ ਪੁੱਤਰ ਦੇ ਉੱਠਿਆ ਤੇ ਚੜ੍ਹਾਈ ਕਰ ਗਿਆ ਸੀ। ਤੇ ਜਿਹੜਾ ਗੁਰੂ ਕਾ ਸਿੱਖ ਉੱਥੇ ਦੇਖਣ ਗਿਆ ਸੀ ਨਾ ਵੀ ਐਸੇ ਵੀ ਗੁਰੂ ਕੇ ਸਿੱਖ ਹੁੰਦੇ ਆ, ਤੇ ਉਹਨੇ ਪਹਿਲਾਂ ਦੇਖਿਆ ਸੀ ਕਿ ਭਾਈ ਭਿਖਾਰੀ ਜੀ ਉਹ ਪੱਲੀਆਂ ਸੀ ਰਹੇ ਆ, ਦਰੀਆਂ ਸੀ ਰਹੇ ਆ। ਤੇ ਉਸ ਵੇਲੇ ਪੁੱਛਿਆ ਸੀ ਇਹਨਾਂ ਦਾ ਕੀ ਕਰਨਾ, ਤਾਂ ਕੁਝ ਬੋਲੇ ਨਹੀਂ ਸਨ। ਉਸ ਵੇਲੇ ਫਿਰ ਬਾਹਰ ਕੱਢ ਕੇ ਵਿਛਾ ਦਿੱਤੀਆਂ ਸਨ। ਗੁਰੂ ਕੇ ਸਿੱਖ ਨੂੰ ਪਤਾ ਲੱਗ ਗਿਆ ਸੀ ਵੀ ਭਾਈ ਭਿਖਾਰੀ ਨੂੰ ਇਹ ਸਭ ਕੁਝ ਪਹਿਲਾਂ ਪਤਾ ਸੀ। ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਤੇ ਜਾਣਨਾ ਕਿ ਇਹ ਮੇਰੇ ਹੀ ਕੋਈ ਕਰਮ ਦਾ ਦੋਸ਼ ਹੈ। ਸੋ ਕਦੇ ਵੀ ਪਰਮੇਸ਼ਰ ਦੇ ਕੀਤੇ ਹੋਏ ਨੂੰ ਮਾੜਾ ਨਹੀਂ ਕਹਿਣਾ। ਜਿਵੇਂ ਇੱਕ ਸਾਖੀ ਪ੍ਰਮਾਣ ਆਉਂਦਾ ਹੈ, ਕਹਿੰਦੇ ਇੱਕ ਬਾਦਸ਼ਾਹ ਸੀ ਤੇ ਉਹਦਾ ਦਰਬਾਰੀ ਇੱਕ ਵਜ਼ੀਰ ਸੀ। ਜਿਹੜਾ ਵਜ਼ੀਰ ਸੀ ਬੜਾ ਆਸਤਿਕ ਭਾਵਨਾ ਵਾਲਾ। ਜਦੋਂ ਵੀ ਕੋਈ ਗੱਲ ਹੁੰਦੀ ਤੇ ਉਹਨੇ ਕਹਿਣਾ ਵੀ ਵਾਹਿਗੁਰੂ ਨੇ, ਪਰਮੇਸ਼ਰ ਨੇ ਚੰਗਾ ਕੀਤਾ, ਰੱਬ ਨੇ ਚੰਗਾ ਕੀਤਾ। ਹਮੇਸ਼ਾ ਇਹ ਗੱਲ ਕਹਿਣੀ ਕਿ ਵਾਹਿਗੁਰੂ ਜੋ ਕਰਦਾ ਚੰਗਾ ਕਰਦਾ। ਇੱਕ ਦਿਨ ਕੀ ਹੋਇਆ, ਇਹ ਰਾਜਾ, ਇਹਦਾ ਵਜ਼ੀਰ ਤੇ ਕੁਝ ਹੋਰ ਸਿਪਾਹੀ ਨਾਲ ਖੇਤਾਂ ਦੇ ਵਿੱਚੋਂ, ਜੰਗਲ ਦੇ ਵਿੱਚੋਂ ਲੰਘ ਰਹੇ ਸਨ ਤੇ ਬੜਾ ਤਿੱਖਾ ਸਰਕੜਾ ਉੱਥੇ ਉੱਗਿਆ ਹੋਇਆ ਸੀ। ਜਦੋਂ ਉੱਥੋਂ ਦੀ ਲੰਘਣ ਲੱਗੇ, ਘੋੜਿਆਂ ਦੇ ਉੱਤੇ ਅਸਵਾਰ ਹੋਏ ਹੋਏ ਉਵੇਂ ਲੰਘਣ ਲੱਗੇ, ਤਾਂ ਰਾਜੇ ਦੇ ਹੱਥ ਦੇ ਉੱਤੇ ਉਹ ਬੜਾ ਤਿੱਖਾ ਜਿਹੜਾ ਸਰਕੜਾ ਸੀ ਉਹ ਫਿਰ ਗਿਆ, ਜਿਹਦੇ ਨਾਲ ਉਹਦੀ ਇੱਕ ਚੀਚੀ ਉਂਗਲੀ ਦੇ ਉੱਤੇ ਡੂੰਘਾ ਚੀਰਾ ਆ ਗਿਆ। ਉਂਗਲੀ ਉਹਦੀ ਵੱਢ ਹੋ ਗਈ। ਜਦੋਂ ਇਹ ਹੋਇਆ ਤੇ ਬਾਕੀ ਦੇ ਸਾਰੇ ਕਹਿੰਦੇ ਵੀ ਆਹ ਤਾਂ ਬਹੁਤ ਮਾੜਾ ਹੋਇਆ, ਕਿਉਂਕਿ ਅਸਲ ਵਿੱਚ ਜਿਹੜੇ ਰਾਜੇ ਹੁੰਦੇ ਆ ਨਾ, ਜਿਹੜੇ ਵੱਡੇ ਲੋਕ ਹੁੰਦੇ ਆ,
ਉਹਨਾਂ ਦੇ ਤਨ ਦੇ ਉੱਤੇ ਝਰੀਟ ਵੀ ਆ ਜਾਵੇ ਤੇ ਉਹਨਾਂ ਦਾ ਪਤਾ ਲੈਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਹੁੰਦੀਆਂ, ਤੇ ਗਰੀਬ ਬੰਦਾ ਕੋਈ ਸੜਕ ਦੇ ਉੱਤੇ ਦਮ ਤੋੜਦਾ ਹੋਵੇ ਨਾ, ਉਹਦੇ ਕੋਲ ਦੀ ਸਕੂਟਰ, ਮੋਟਰਸਾਈਕਲ, ਕਾਰ ਦੀ ਰੇਸ ਦੱਬ ਕੇ ਲੰਘ ਜਾਂਦੇ ਆ ਆਪਾਂ ਲੋਕ। ਪਤਾ ਹੁੰਦਾ ਨਾ ਵੀ ਅਮੀਰ ਤੱਕ ਆਪਾਂ ਨੂੰ ਕੰਮ ਪੈਣਾ, ਵੀ ਗਰੀਬ ਤੱਕ ਕਿਹੜਾ ਕੰਮ ਆ ਆਪਾਂ ਨੂੰ ਕੋਈ। ਸੋ ਉਹ ਰਾਜੇ ਨੂੰ ਜਦੋਂ ਉਹ ਚੀਰਾ ਜਾਂ ਉਹਦੀ ਉਂਗਲ ਦੇ ਉੱਤੇ ਆਇਆ ਤਾਂ ਬੜਾ ਹਮਦਰਦੀ ਕਰਦੇ ਆ ਸਾਰੇ। ਰਾਜਾ ਸਾਹਿਬ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਵਜ਼ੀਰ ਵੀ ਆਇਆ ਕੋਲ, ਉਹ ਕਹਿਣ ਲੱਗਾ ਰਾਜਾ ਸਾਹਿਬ ਜੋ ਪਰਮੇਸ਼ਰ ਦਾ ਭਾਣਾ ਨਾ ਇਹ ਬਹੁਤ ਚੰਗਾ ਹੋਇਆ, ਬੜਾ ਚੰਗਾ ਹੋਇਆ। ਕਹਿੰਦੇ ਜੋ ਹੋਇਆ ਚੰਗਾ ਹੀ ਹੋਇਆ। ਉਸ ਵੇਲੇ ਜਦੋਂ ਵਜ਼ੀਰ ਇਹ ਕਹਿ ਕੇ ਥੋੜ੍ਹਾ ਜਿਹਾ ਪਾਸੇ ਹੋਇਆ, ਤੇ ਜਿਹੜੇ ਚੁਗਲਖੋਰ ਹੁੰਦੇ ਆ ਉਹ ਤਾਂ ਮੌਕੇ ਦੀ ਤਾੜ ਵਿੱਚ ਹੀ ਹੁੰਦੇ ਆ ਨਾ, ਉਹਨਾਂ ਨੇ ਮੌਕਾ ਤਕਾਇਆ। ਕਹਿਣ ਲੱਗੇ, ਕਹਿੰਦੇ ਜੀ ਕੈਸਾ ਵਜ਼ੀਰ ਤੁਸੀਂ ਆਪਣਾ ਰੱਖਿਆ? ਕਹਿੰਦੇ ਤੁਹਾਡੀ ਉਂਗਲ ਚੀਰੀ ਗਈ, ਇਹਨੂੰ ਕੋਈ ਦੁੱਖ ਹੀ ਨਹੀਂ, ਇਹ ਕਹਿੰਦਾ ਚੰਗਾ ਹੋਇਆ, ਰੱਬ ਨੇ ਚੰਗਾ ਕੀਤਾ। ਤੇ ਫਿਰ ਚਾਰ ਗੱਲਾਂ ਕੋਲੋਂ ਲਾ ਦਿੰਦੇ ਹੁੰਦੇ ਆ ਜਿਹੜੇ ਇੱਦਾਂ ਦੇ ਲੋਕ ਹੁੰਦੇ ਆ ਚਾਪਲੂਸ। ਕਹਿੰਦੇ ਰਾਜਾ ਸਾਹਿਬ ਅੱਜ ਤਾਂ ਤੁਹਾਡੀ ਉਂਗਲ ਚੀਰੀ ਗਈ ਹੈ ਤੇ ਤੁਹਾਡਾ ਮੰਤਰੀ, ਤੁਹਾਡਾ ਵਜ਼ੀਰ ਕਹਿੰਦਾ ਫਿਰਦਾ ਵੀ ਚੰਗਾ ਹੋਇਆ, ਰੱਬ ਨੇ ਚੰਗਾ ਕੀਤਾ। ਕੱਲ੍ਹ ਨੂੰ ਕੋਈ ਆ ਕੇ ਤੁਹਾਡੀ ਗਰਦਨ ਵੱਢ ਦੂ, ਸਿਰ ਵੱਢ ਦੂਗਾ, ਤੇ ਫਿਰ ਵੀ ਕਹੂਗਾ ਚੰਗਾ ਹੋਇਆ। ਵੀ ਐਸੇ ਵਜ਼ੀਰ ਨੂੰ ਰੱਖਣ ਦਾ ਕੀ ਫਾਇਦਾ? ਰਾਜੇ ਦੇ ਕੰਨ ਭਰ ਦਿੱਤੇ, ਦਰਬਾਰ ਵਿੱਚ ਬੁਲਾ ਲਿਆ ਦੋਸ਼ੀਆਂ ਦੀ ਤਰ੍ਹਾਂ ਵਜ਼ੀਰ ਨੂੰ। ਕਹਿੰਦੇ ਵੀ ਤੂੰ ਆਹ ਗੱਲ ਕਹਿਣਾ? ਕਹਿੰਦਾ ਜੀ ਹਾਂ ਮੈਂ ਤਾਂ ਹੁਣ ਵੀ ਕਹਿਣਾ ਵੀ ਜੋ ਰੱਬ ਕਰਦਾ ਉਹ ਚੰਗਾ ਹੀ ਕਰਦਾ ਹੈ। ਰਾਜੇ ਨੂੰ ਬੜਾ ਗੁੱਸਾ ਚੜ੍ਹਿਆ, ਕਿਉਂਕਿ ਪਿੱਛੋਂ ਕੰਨ ਭਰੇ ਹੋਏ ਸੀ ਨਾ। ਉਹਨੇ ਆਖਿਆ ਵੀ ਜਾ, ਤੂੰ ਮੇਰੇ ਦੇਸ਼ ਵਿੱਚ ਰਹਿਣ ਦਾ ਅਧਿਕਾਰੀ ਨਹੀਂ, ਹੁਣ ਤੋਂ ਹੀ ਤੇਰੀ ਇਹ ਵਜ਼ੀਰੀ ਖਤਮ, ਤੇ ਬਸ ਇਸ ਤੋਂ ਬਾਅਦ ਦੂਜੀ ਗੱਲ ਨਾ ਪੁੱਛ, ਮੇਰੇ ਦੇਸ਼ ਦੇ ਵਿੱਚੋਂ ਬਾਹਰ ਨਿਕਲ ਜਾ, ਚਲਿਆ ਜਾ। ਉਹਨੇ ਆਖਿਆ ਜੀ ਇਹ ਵੀ ਚੰਗਾ ਹੋਇਆ। ਉਹ ਦਰਬਾਰੀ ਤੇ ਰਾਜਾ ਵੀ ਬੜਾ ਹੈਰਾਨ, ਵੀ ਕਹਿੰਦੇ ਕੈਸਾ ਬੇਵਕੂਫ ਬੰਦਾ, ਕੈਸਾ ਮੂਰਖ ਵਜ਼ੀਰ ਹੈ। ਵੀ ਪਹਿਲਾਂ ਕਹਿੰਦਾ ਰਾਜੇ ਦੀ ਉਂਗਲ ਵੱਢੀ ਗਈ, ਉਹ ਕਹਿੰਦਾ ਚੰਗਾ ਹੋਇਆ, ਰੱਬ ਨੇ ਚੰਗਾ ਕੀਤਾ। ਹੁਣ ਇਹਦੀ ਨੌਕਰੀ ਚਲੇ ਗਈ, ਰਾਜੇ ਨੇ ਦੇਸ਼ ਨਿਕਾਲਾ ਦੇ ਦਿੱਤਾ, ਇਹਨੂੰ ਫਿਰ ਵੀ ਕੋਈ ਦੁੱਖ ਨਹੀਂ ਹੈ, ਕੋਈ ਅਫਸੋਸ ਨਹੀਂ, ਹੁਣ ਵੀ ਕਹਿੰਦਾ ਰੱਬ ਨੇ ਚੰਗਾ ਕੀਤਾ। ਇਹ ਕਹਿ ਕੇ ਉਹ ਚਲਿਆ ਗਿਆ। ਤੇ ਗੁਰਮੁਖ ਪਿਆਰਿਓ, ਕੁਝ ਸਮੇਂ ਬਾਅਦ ਇੱਕ ਦਿਨ ਕਹਿੰਦੇ ਉਹ ਰਾਜਾ ਆਪਣੇ ਸਿਪਾਹੀਆਂ ਦੇ ਸਮੇਤ ਜਾ ਰਿਹਾ ਸੀ ਕਿਸੇ ਜੰਗਲ ਦੇ ਵਿੱਚ, ਤੇ ਉਹ ਰਸਤਾ ਭਟਕ ਗਿਆ। ਉਹਦਾ ਘੋੜਾ ਇੱਕ ਪਾਸੇ ਨੂੰ ਚਲਿਆ ਗਿਆ, ਬਾਕੀ ਜਿਹੜੀ ਫੌਜ ਇੱਕ ਪਾਸੇ ਨੂੰ ਰਹਿ ਗਈ। ਇੱਦਾਂ ਹੀ ਉਹ ਤੁਰਦਾ ਤੁਰਦਾ ਜੰਗਲ ਦੇ ਵਿੱਚ ਭਟਕਦਾ, ਤੇ ਇੱਕ ਭੀਲਾਂ ਦੇ ਕਸਬੇ ਦੇ ਵਿੱਚ ਪਹੁੰਚ ਗਿਆ। ਉਹਨਾਂ ਨੇ ਕੀ ਕੀਤਾ ਵੀ ਆਸੇ-ਪਾਸੇ ਨੂੰ ਘੇਰਾ ਪਾ ਲਿਆ। ਜਦੋਂ ਦੇਖਿਆ ਵੀ ਕੋਈ ਅਮੀਰ ਬੰਦਾ ਹੈ, ਤੇ ਇਹਨਾਂ ਨੇ ਘੇਰਾ ਜਿਹਾ ਪਾ ਲਿਆ ਨਾ ਉਹਨੂੰ, ਤੇ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ। ਤੇ ਉਹਨਾਂ ਦਾ ਚੱਲ ਰਿਹਾ ਸੀ ਕੋਈ ਯੱਗ ਸਮਾਗਮ, ਉਹਦੇ ਵਿੱਚ ਉਹਨਾਂ ਨੇ ਕਿਸੇ ਮਨੁੱਖ ਦੀ ਬਲੀ ਦੇਣੀ ਸੀ, ਤੇ ਉਹਨਾਂ ਨੂੰ ਕੋਈ ਮਨੁੱਖ ਲੱਭ ਨਹੀਂ ਰਿਹਾ ਸੀ ਵੀ ਬਲੀ ਕਿਹਦੀ ਦੇਣੀ ਆ। ਉਹ ਕਹਿੰਦੇ ਵੀ ਆਹ ਤਾਂ ਰੱਬ ਨੇ ਆਪ ਹੀ ਭੇਜਤਾ। ਉਹਨਾਂ ਨੇ ਰਾਜੇ ਨੂੰ ਫੜ ਲਿਆ ਤੇ ਬੰਨ੍ਹ ਕੇ ਕਹਿੰਦੇ ਵੀ ਹਾਂ ਹੁਣ ਇਹਦੀ ਬਲੀ ਦੇਵਾਂਗੇ। ਜਦੋਂ ਉਹ ਬਲੀ ਦੇਣ ਦੀ ਗੱਲ ਆਈ, ਐਨ ਜਿਸ ਵੇਲੇ ਉਹ ਰਾਜੇ ਦੀ ਬਲੀ ਦੇਣ ਲੱਗੇ ਨਾ, ਉਹਨਾਂ 'ਚੋਂ ਕਿਸੇ ਦੀ ਨਜ਼ਰ ਪੈ ਗਈ ਵੀ ਇਹਦੀ ਤਾਂ ਉਂਗਲ ਵੱਢੀ ਹੋਈ ਹੈ। ਤੇ ਉਹਨਾਂ ਦਾ ਇਹ ਨਿਯਮ ਸੀ ਵੀ ਕਹਿੰਦੇ ਜਿਹਦੇ ਸਰੀਰ ਦਾ ਕੋਈ ਵੀ ਅੰਗ ਭੰਗ ਹੋਵੇ ਨਾ, ਉਹਦੀ ਬਲੀ ਨਹੀਂ ਦਿੱਤੀ ਜਾ ਸਕਦੀ। ਜਿਵੇਂ ਗੁਰਮਤਿ ਵਿੱਚ ਨਿਯਮ ਹੈ ਵੀ ਜੇ ਕਿਸੇ ਦੇ ਸਰੀਰ ਦਾ ਕੋਈ ਵੀ ਅੰਗ ਭੰਗ ਆ ਨਾ, ਤਾਂ ਉਹ ਪੰਜ ਪਿਆਰਿਆਂ ਦੀ ਸੇਵਾ ਵਿੱਚ ਨਹੀਂ ਲੱਗ ਸਕਦਾ। ਇਹ ਗੁਰਮਤਿ ਦਾ ਨਿਯਮ ਹੈ। ਤੇ ਆਪਣੇ ਤਾਂ ਪਿੰਡਾਂ ਦੇ ਵਿੱਚ ਨਗਰ ਕੀਰਤਨ ਕੱਢਦੇ ਹੁੰਦੇ ਆ, ਪੰਜ ਪਿਆਰੇ ਬਣਾਏ ਹੁੰਦੇ ਆ। ਕਈ ਵਾਰ ਤਾਂ ਸਾਰੇ ਅੰਮ੍ਰਿਤਧਾਰੀ ਵੀ ਨਹੀਂ ਹੁੰਦੇ। ਸੋ ਜੇ ਅੰਮ੍ਰਿਤਧਾਰੀ ਹੋਣ ਵੀ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਕਿਸੇ ਦੀ ਅੱਖ ਵਿੱਚ ਫਰਕ ਹੈ, ਕਿਸੇ ਦੀ ਲੱਤ ਵਿੱਚ, ਬਾਂਹ ਵਿੱਚ, ਹੱਥ ਵਿੱਚ ਫਰਕ ਹੈ। ਆਪਾਂ ਨਹੀਂ ਵਿਚਾਰਦੇ ਇਹਨਾਂ ਨਿਯਮਾਂ ਨੂੰ, ਆਪਾਂ ਤਾਂ ਉਵੇਂ ਹੀ ਲਾ ਦਿੰਦੇ ਹਾਂ ਵੀ ਚੱਲ ਆਪਾਂ ਤਾਂ ਕੋਰਮ ਹੀ ਪੂਰਾ ਕਰਨਾ ਵੀ ਪੰਜ ਪਿਆਰੇ ਬਣਾਤੇ ਜੀ। ਔਰ ਪਿੰਡਾਂ ਦੇ ਵਿੱਚ ਨਗਰ ਕੀਰਤਨ ਕੱਢਦੇ ਆ, ਕਈਆਂ ਨਗਰਾਂ ਵਿੱਚ ਪਾਲਕੀ ਸਾਹਿਬ ਚੁੱਕ ਕੇ ਨਾ ਤੇ ਮੋਢਿਆਂ ਦੇ ਉੱਤੇ, ਤੇ ਸਤਿਗੁਰੂ ਜੀ ਦਾ ਸਰੂਪ ਉਹ ਨਗਰ ਦੇ ਵਿੱਚੋਂ ਫਿਰ ਸਾਰੀ ਸੰਗਤ ਨੂੰ ਦਰਸ਼ਨ ਕਰਾਉਂਦੇ ਲੈ ਕੇ ਜਾਂਦੇ। ਥਾਂ ਥਾਂ ਲੰਗਰ ਦਾ ਪ੍ਰਬੰਧ, ਚਾਹ ਪਾਣੀ ਦਾ ਸੰਗਤਾਂ ਨੇ ਕੀਤਾ ਹੁੰਦਾ। ਤੇ ਕਈ ਵਾਰ ਕੀ ਹੁੰਦਾ, ਮਰਿਆਦਾ ਤੋਂ ਅਣਜਾਣ ਲੋਕ ਜਾਂ ਪ੍ਰਬੰਧਕਾਂ ਦੀ ਅਣਗਹਿਲੀ ਕਹਿ ਲਓ, ਉਸ ਵੇਲੇ ਕੀ ਹੁੰਦਾ ਵੀ ਮੋਢੇ ਦੇ ਉੱਤੇ ਗੁਰੂ ਸਾਹਿਬ ਦਾ ਸਰੂਪ ਪਾਲਕੀ ਸਾਹਿਬ ਚੁੱਕੀ ਹੁੰਦੀ ਹੈ, ਤੇ ਉਵੇਂ ਹੀ ਖੜੇ ਇੱਕ ਹੱਥ ਦੇ ਨਾਲ ਚਾਹ ਪਾਣੀ ਛਕੀ ਜਾਂਦੇ ਹੁੰਦੇ ਉਹ ਪਾਲਕੀ ਚੁੱਕਣ ਵਾਲੇ। ਮਰਿਆਦਾ ਦਾ ਆਪਾਂ ਖਿਆਲ ਹੀ ਨਹੀਂ ਕਰਦੇ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸੋ ਅੰਗ ਭੰਗ ਵਾਲਾ, ਸਰੀਰ ਦਾ ਕੋਈ ਵੀ ਅੰਗ ਦੇ ਵਿੱਚ ਵਾਜਾ ਅੰਗ ਭੰਗ ਹੈ ਨਾ, ਉਹ ਪੰਜ ਪਿਆਰਿਆਂ ਦੀ ਸੇਵਾ ਵਿੱਚ ਨਹੀਂ ਲੱਗ ਸਕਦਾ।
ਤੇ ਇਸੇ ਤਰ੍ਹਾਂ ਉਹ ਰਾਜੇ ਦੇ ਜਦੋਂ ਨਿਗਾਹ ਪਈ ਨਾ ਰਾਜੇ ਦੇ ਸਰੀਰ ਦੇ ਉੱਤੇ, ਉਹਨਾਂ ਵਿੱਚੋਂ ਬਲੀ ਦੇਣ ਵਾਲਿਆਂ ਵਿੱਚੋਂ ਕਿਸੇ ਦੀ, ਉਹ ਕਹਿੰਦੇ ਰੁਕ ਜਾਓ ਵੀ ਰੁਕ ਜਾਓ, ਕਹਿੰਦੇ ਇਹਦੀ ਤਾਂ ਇੱਕ ਚੀਚੀ ਉਂਗਲੀ ਨਹੀਂ ਹੈਗੀ, ਇਹਦੇ ਸਰੀਰ ਦਾ ਅੰਗ ਭੰਗ ਹੈ ਤੇ ਇਹਦੀ ਬਲੀ ਤਾਂ ਲੱਗਣੀ ਨਹੀਂ, ਇਸ ਕਰਕੇ ਇਹਦੀ ਬਲੀ ਨਾ ਦੇਈਏ, ਛੱਡ ਦਈਏ ਇਹਨੂੰ। ਉਹਨਾਂ ਨੇ ਛੱਡ ਦਿੱਤਾ। ਰਾਜਾ ਆਪਣੇ ਘੋੜੇ ਤੇ ਚੜ੍ਹਿਆ ਤੇ ਵਾਪਸ ਆ ਗਿਆ। ਰਸਤੇ ਵਿੱਚ ਆਉਂਦਿਆਂ ਨਾ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਵਜ਼ੀਰ ਨੇ ਮੇਰੀ ਉਂਗਲ ਵੱਢੇ ਜਾਣ ਤੋਂ ਬਾਅਦ ਕਿਹਾ ਸੀ ਵੀ ਰੱਬ ਨੇ ਚੰਗਾ ਕੀਤਾ। ਕਹਿੰਦਾ ਹਾਂ ਵਾਕਈ ਚੰਗਾ ਹੀ ਕੀਤਾ, ਜੇ ਮੇਰੀ ਉਂਗਲ ਇਹ ਸਾਬਤੀ ਹੁੰਦੀ, ਸਰੀਰ ਪੂਰਾ ਤੰਦਰੁਸਤ ਸਾਬਤਾ ਹੁੰਦਾ ਤੇ ਅੱਜ ਵੱਢ ਦੇਣਾ ਸੀ ਉਹਨਾਂ ਨੇ, ਮੇਰੀ ਗਰਦਨ ਲਾ ਕੇ ਪਰੇ ਰੱਖ ਦੇਣੀ ਸੀ, ਬਲੀ ਦੇ ਦੇਣੀ ਸੀ। ਉਸ ਵੇਲੇ ਦਰਬਾਰ ਵਿੱਚ ਆ ਕੇ ਨਾ ਕਹਿੰਦਾ ਵੀ ਵਜ਼ੀਰ ਨੂੰ ਲੱਭ ਕੇ ਲਿਆਓ, ਕਿੱਥੇ ਹੈ, ਵੀ ਬੜਾ ਸਿਆਣਾ ਵਜ਼ੀਰ ਸੀ, ਐਵੇਂ ਮੈਂ ਤੁਹਾਡੀਆਂ ਗੱਲਾਂ ਵਿੱਚ ਆ ਕੇ ਉਹਨੂੰ ਕੱਢ ਦਿੱਤਾ, ਨੌਕਰੀਆਂ ਦੇਸ਼ ਨਿਕਾਲਾ ਦੇ ਦਿੱਤਾ ਤੇ ਉਹ ਢੰਡੋਰਾ ਫਰਵਾ ਦਿੱਤਾ ਵੀ ਉਹ ਵਜ਼ੀਰ ਨੂੰ ਜਿਹੜਾ ਵੀ ਲੱਭ ਕੇ ਲਿਆਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਤੇ ਉਹ ਵਜ਼ੀਰ ਸਿਆਣਾ ਸੀ, ਉਹਨੇ ਜਾਣਾ ਕਿੱਥੇ ਸੀ, ਉਹ ਦੇਸ਼ ਤੋਂ ਬਾਹਰ ਥੋੜ੍ਹਾ ਹੀ ਗਿਆ। ਉਹਨੂੰ ਪਤਾ ਸੀ ਵੀ ਰਾਜੇ ਨੂੰ ਅੱਜ ਇਹ ਗੱਲ ਦਾ ਪਤਾ ਨਹੀਂ, ਸਮਾਂ ਆਉਣ 'ਤੇ ਜਦੋਂ ਪਤਾ ਲੱਗ ਜਾਏਗਾ ਤਾਂ ਫਿਰ ਆਪੇ ਸਮਝ ਜਾਵੇਗਾ। ਤਾਂ ਉਸ ਵੇਲੇ ਇਹ ਵਜ਼ੀਰ ਆਪਣੇ ਆਪ ਹੀ ਆ ਕੇ ਹਾਜ਼ਰ ਹੋ ਗਿਆ। ਰਾਜਾ ਉਸ ਵੇਲੇ ਉੱਠਿਆ, ਇਹਦਾ ਬੜਾ ਸਤਿਕਾਰ ਕੀਤਾ ਤੇ ਆਉਣ ਸਾਰ ਕਹਿੰਦਾ ਵਜ਼ੀਰ ਸਾਹਿਬ ਆਪਣੀ ਪਦਵੀ ਸੰਭਾਲੋ, ਤੁਸੀਂ ਹੁਣ ਕਿਤੇ ਨਹੀਂ ਜਾਣਾ। ਤੁਸੀਂ ਜਿਹੜੀ ਗੱਲ ਕਹਿੰਦੇ ਸੀ ਨਾ ਵੀ ਪਰਮੇਸ਼ਰ ਚੰਗਾ ਕਰਦਾ, ਰੱਬ ਚੰਗਾ ਕਰਦਾ, ਉਹ ਅੱਜ ਮੈਨੂੰ ਬਿਲਕੁਲ ਐਨ ਪ੍ਰਤੱਖ ਦਿਖਾਈ ਦੇ ਦਿੱਤਾ। ਸਾਰੀ ਵਾਰਤਾ ਦੱਸ ਦਿੱਤੀ ਵੀ ਐਂ ਕਰਕੇ ਮੇਰੀ ਬਲੀ ਦੇਣ ਲੱਗੇ ਸੀ ਤੇ ਮੇਰਾ ਬਚਾਅ ਹੋ ਗਿਆ, ਆਹ ਉਂਗਲ ਵੱਢੀ ਹੋਣ ਦਾ ਕਰਕੇ, ਨਹੀਂ ਤਾਂ ਗਰਦਨ ਵੱਢ ਹੋ ਜਾਣੀ ਸੀ ਅੱਜ। ਤੇ ਉਸ ਵੇਲੇ ਉਹ ਕਹਿੰਦਾ ਜੀ ਠੀਕ ਹੈ, ਪਰਮੇਸ਼ਰ ਜੋ ਕਰਦਾ ਚੰਗਾ ਹੀ ਕਰਦਾ, ਜੋ ਤੁਸੀਂ ਮੇਰੇ ਨਾਲ ਕੀਤਾ ਉਹ ਵੀ ਚੰਗਾ ਹੀ ਕੀਤਾ, ਜੋ ਅੱਜ ਦੁਬਾਰਾ ਮੈਨੂੰ ਇਹ ਸੇਵਾ ਬਖਸ਼ ਰਹੇ ਹੋ ਤਾਂ ਇਹ ਵੀ ਚੰਗਾ ਹੀ ਰੱਬ ਨੇ ਕੀਤਾ, ਚੰਗਾ ਹੀ ਹੋਇਆ। ਤੇ ਉਸ ਵੇਲੇ ਰਾਜੇ ਦੇ ਦਿਮਾਗ ਦੇ ਵਿੱਚ ਫਿਰ ਇਹ ਗੱਲ ਆਈ, ਕਹਿੰਦਾ ਵੀ ਚੱਲ ਉਹ ਤਾਂ ਜੋ ਹੋਇਆ ਠੀਕ ਹੈ, ਪਰ ਜਿਸ ਦਿਨ ਮੈਂ ਤੈਨੂੰ ਨੌਕਰੀਓਂ ਕੱਢ ਦਿੱਤਾ ਸੀ, ਦੇਸ਼ ਨਿਕਾਲਾ ਦੇ ਦਿੱਤਾ ਸੀ, ਉਸ ਦਿਨ ਵੀ ਤੂੰ ਆਖਿਆ ਚੰਗਾ ਹੋਇਆ। ਕਹਿੰਦੇ ਉਹ ਚੰਗਾ ਕਿਵੇਂ ਹੋਇਆ? ਕਹਿੰਦਾ ਰਾਜਾ ਸਾਹਿਬ ਸੁਣੋ ਮੇਰੀ ਗੱਲ, ਤੁਸੀਂ ਇਕੱਲੇ ਕਿਤੇ ਜਾਂਦੇ ਨਹੀਂ, ਮੈਂ ਤੁਹਾਡਾ ਵਿਸ਼ਵਾਸ ਪਾਤਰ ਸੀ, ਜਿੱਥੇ ਤੁਸੀਂ ਜਾਂਦੇ ਸੀ ਮੈਂ ਨਾਲ ਜਾਣਾ ਸੀ, ਤੇ ਜੇ ਉਹ ਭੀਲਾਂ ਦੇ ਉਹ ਬਲੀ ਦੇਣ ਵਾਲਿਆਂ ਦੇ ਢਿੱਕੇ ਆਪਾਂ ਦੋਵੇਂ ਆ ਜਾਂਦੇ ਤੇ ਤੁਸੀਂ ਤਾਂ ਬਚ ਜਾਣਾ ਸੀ, ਤੁਹਾਡੀ ਉਂਗਲ ਵੱਢੀ ਹੋਈ ਸੀ, ਮੇਰਾ ਤਾਂ ਸਰੀਰ ਸਾਬਤ ਸੀ ਨਾ, ਤੇ ਮੇਰੀ ਉਹਨਾਂ ਨੇ ਬਲੀ ਦੇ ਦੇਣੀ ਸੀ। ਇਸ ਕਰਕੇ ਮੈਂ ਕਹਿੰਦਾ ਸੀ ਵੀ ਰੱਬ ਨੇ ਜੋ ਕੀਤਾ ਚੰਗਾ ਹੀ ਕੀਤਾ, ਰੱਬ ਜੋ ਕਰਦਾ ਚੰਗਾ ਹੀ ਕਰਦਾ। ਸੋ ਗੁਰੂ ਕਾ ਸਿੱਖ ਭਾਈ ਦਇਆ ਸਿੰਘ ਜੀ ਕਹਿ ਰਹੇ ਨੇ ਕਿ ਕਿਸੇ ਪ੍ਰਕਾਰ ਦਾ ਦੁੱਖ ਵਿਪਤਾ ਆ ਜਾਵੇ, ਹਮੇਸ਼ਾ ਇਹ ਮਨ ਦੇ ਵਿੱਚ ਭਾਵਨਾ ਰੱਖੇ ਕਿ ਪਰਮੇਸ਼ਰ ਜੋ ਕਰਦਾ ਹੈ ਮੇਰੇ ਭਲੇ ਵਾਸਤੇ ਕਰ ਰਿਹਾ ਹੈ। ਇਸ ਪ੍ਰਕਾਰ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਵਿਚਾਰਾਂ ਹਨ ਇਹਨਾਂ ਨੂੰ ਹਿਰਦੇ ਵਿੱਚ ਧਾਰਨ ਕਰੇ ਗੁਰੂ ਕਾ ਸਿੱਖ, ਤੇ ਹਮੇਸ਼ਾ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਐ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਨਾ, ਉਹਦੇ ਉੱਤੇ ਈਸ਼ਵਰ ਪਰਮਾਤਮਾ ਖੁਸ਼ ਹੁੰਦਾ। ਕਿਰਤ ਵਿਚਾਰ ਜਿਹੜਾ ਇਹ ਵਿਚਾਰ ਕਰਦਾ ਕਿ ਪਰਮਾਤਮਾ ਦੀ ਕਿਰਤ ਹੈ, ਜਿਹੜੀ ਪਰਮਾਤਮਾ ਦਾ ਕੀਤਾ ਹੋਇਆ ਚੰਗਾ ਹੀ ਹੁੰਦਾ ਹੈ। ਸੋ ਉਸ ਗੁਰੂ ਕੇ ਸਿੱਖ ਉੱਤੇ ਪਰਮਾਤਮਾ ਦੀ, ਵਾਹਿਗੁਰੂ ਦੀ, ਸਤਿਗੁਰੂ ਸਾਹਿਬਾਨ ਜੀ ਦੀ ਖੁਸ਼ੀ ਹੁੰਦੀ ਹੈ। ਸੋ ਇਸ ਕਰਕੇ ਕਹਿੰਦੇ ਹਮੇਸ਼ਾ ਹੀ ਗੁਰੂ ਕੇ ਸਿੱਖ ਨੂੰ ਉਹਦੇ ਭਾਣੇ ਵਿੱਚ ਤੇਰਾ ਕੀਆ ਮੀਠਾ ਲਾਗੇ ਦੇ ਮਹਾਵਾਕ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਚਾਹੀਦਾ ਹੈ, ਤੇ ਜੋ ਪਰਮੇਸ਼ਰ ਦਾ ਕੀਤਾ ਹੋਇਆ ਉਹਨੂੰ ਹਮੇਸ਼ਾ ਸਤ ਕਰਕੇ ਮੰਨਣਾ, ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਚੰਗਾ ਕਰਕੇ ਮੰਨਣਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ ਜੋ ਤੁਧ ਭਾਵੈ, ਸਾਈ ਭਲੀ ਕਾਰ ਦੱਦਾ। ਦੋਸ ਨਾ ਦੇਊ ਕਿਸੈ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਹੋਰ ਕਿਸੇ ਨੂੰ ਦੋਸ਼ ਨਾ ਦੇ। ਇਹ ਸਮਝ ਕੇ ਮੇਰੇ ਆਪਣਾ ਕਰਮ ਦੋਸ਼ ਹੈ, ਮੇਰੀ ਪ੍ਰਾਲਬਧ ਦੇ ਵਿੱਚ ਇਹ ਲਿਖਿਆ ਸੀ ਜੋ ਹੋ ਰਿਹਾ, ਪਰਮੇਸ਼ਰ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ। ਇਹ ਨਹੀਂ ਕਿ ਜੇ ਸਿਰ ਦੁਖਣ ਲੱਗ ਪਿਆ ਤੇ ਰੱਬ ਨੂੰ ਉਲਾਂਭੇ ਦਿੰਦਾ ਫਿਰੇ ਗੁਰੂ ਕਾ ਸਿੱਖ ਵੀ ਮੈਂ ਰੋਜ਼ ਗੁਰਦੁਆਰੇ ਮੱਥਾ ਟੇਕਣ ਆਉਣਾ, ਮੇਰਾ ਸਿਰ ਦੁਖਦਾ। ਜਾਂ ਗੁਰਦੁਆਰੇ ਆਉਂਦਿਆਂ ਕੋਈ ਮਾੜਾ ਜਿਹਾ ਕੰਡਾ ਵੱਜੇ ਵੀ ਲੈ, ਗੁਰੂ ਘਰ ਆਉਂਦਿਆਂ ਕੰਡੇ ਵੱਜਦੇ, ਫਿਰ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੈ? ਐਸੀਆਂ ਵਿਚਾਰਾਂ ਨਹੀਂ ਮਨ ਵਿੱਚ ਆਉਣੀਆਂ ਚਾਹੀਦੀਆਂ। ਕਹਿੰਦੇ ਜਿੰਨਾ ਮਰਜ਼ੀ ਕੋਈ ਵੱਡੇ ਤੋਂ ਵੱਡਾ ਦੁੱਖ ਕਸ਼ਟ ਆ ਜਾਏ, ਭਾਈ ਦਇਆ ਸਿੰਘ ਜੀ ਕਹਿੰਦੇ ਗੁਰੂ ਕੇ ਸਿੱਖ ਨੇ ਹਮੇਸ਼ਾ ਪਰਮੇਸ਼ਰ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ ਹੈ। ਸੋ ਇੱਥੇ ਸਮੇਂ ਦੀ ਸਮਾਪਤੀ ਹੈ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਬਾਕੀ ਰਹਿੰਦਾ ਪ੍ਰਸੰਗ ਅਤੇ ਇਸ ਤੋਂ ਅੱਗੇ ਜੋ ਅਧਿਆਏ ਸ਼ੁਰੂ ਹੋਵੇਗਾ ਤਿਸ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸੋ ਆਓ ਆਪਾਂ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ
ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਇਤੇ ਆਦਿਕ ਬਉ ਹਿਰਦੈ ਮਝਾਰ ਹਰਿ ਖੈ ਈਸ਼ਰ ਕ੍ਰਿਤ ਵਿਚਾਰ।